ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਐਬਰੋਡ ਦੇ ਵਿੱਚ। ਅੱਜ ਸਾਡੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਸ਼੍ਰੀ ਅਰਵਿੰਦਰਪਾਲ ਸਿੰਘ, ਇਮੀਗ੍ਰੇਸ਼ਨ ਐਕਸਪਰਟ ਰਾਇਲ ਟਰੈਵਲਸ ਤੋਂ, ਜਿਨ੍ਹਾਂ ਨੂੰ ਲਗਭਗ 22 ਸਾਲ ਦਾ ਐਕਸਪੀਰੀਅੰਸ ਹੈ ਇਸ ਫੀਲਡ ਦੇ ਵਿੱਚ। ਸੋ ਸਰ, ਵੈਲਕਮ ਟੂ ਦ ਸ਼ੋ। ਸਤਿ ਸ਼੍ਰੀ ਅਕਾਲ ਜੀ, ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਅਮਰੀਕਾ ਦੀ ਗੱਲ ਕਰਾਂਗੇ ਕਿਉਂਕਿ ਸੁਪਰ ਪਾਵਰ ਹੈ, ਹਰ ਇੱਕ ਬੰਦੇ ਨੂੰ ਕਰੇਜ਼ ਹੁੰਦਾ ਹੈ, ਖਾਸ ਕਰਕੇ ਸਟੂਡੈਂਟਸ ਨੂੰ ਬਹੁਤ ਕਰੇਜ਼ ਹੈ ਕਿ ਅਸੀਂ ਅਮਰੀਕਾ ਜਾ ਕੇ ਪੜ੍ਹੀਏ ਤੇ ਆਪਣੀ ਲਾਈਫ ਨੂੰ ਸੈਟਲ ਕਰੀਏ। ਸੋ ਕਰੋਨਾ ਤੋਂ ਬਾਅਦ ਹੁਣ ਫਿਰ ਤੋਂ ਗੇਟਸ ਖੋਲ ਰਹੀ ਹੈ ਅਮਰੀਕਾ ਆਪਣੇ ਪੂਰੇ ਟਰੈਵਲਰਸ ਵਾਸਤੇ, ਜੋ ਬਾਹਰੋਂ ਵੀ ਆਣਗੇ ਲੋਕ, ਹੋਰ ਦੂਸਰੇ ਦੇਸ਼ਾਂ ਚੋਂ, ਵਿਦੇਸ਼ਾਂ ਚੋਂ। ਸੋ ਟਰੈਵਲਿੰਗ ਨੂੰ ਲੈ ਕੇ ਇਸ ਵਕਤ ਕੀ ਸੀਨ ਬਣਿਆ ਹੋਇਆ ਹੈ ਅਮਰੀਕਾ ਦੀ ਧਰਤੀ ਦੇ ਉੱਤੇ? ਦੇਖੋ, ਅਮਰੀਕਾ ਨੇ ਕਦੀ ਵੀ ਕੁਝ ਬੰਦ ਨਹੀਂ ਕੀਤਾ। ਇਹ ਸਿਰਫ ਸਾਨੂੰ ਭੁਲੇਖਾ ਹੈ ਕਿ ਸ਼ਾਇਦ US ਨੇ ਬਾਕੀ ਸਾਰੇ ਕੰਟਰੀਜ਼ ਨੂੰ ਸੇਮ ਫੋਲੋ ਕਰਕੇ ਮਤਲਬ ਕੋਵਿਡ ਦੇ ਬੜੇ ਰਿਸਟ੍ਰਿਕਸ਼ਨਸ ਲਾ ਕੇ, ਕੁਝ ਨਹੀਂ ਇਦਾਂ ਦਾ ਹੋਇਆ। ਸੋ 2021 ਐਗਜ਼ੈਕਟਲੀ ਸਟੂਡੈਂਟਸ ਦਾ ਸਾਲ ਰਿਹਾ US ਵਿੱਚ। ਹਾਂ, ਜਿਹੜੇ ਟਰੈਵਲਰ ਸੀਗੇ, ਜਿਹੜੇ B1 B2 ਵਾਲੀਆਂ ਐਪਲੀਕੇਸ਼ਨ ਸੀਗੀਆਂ, ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਅਦਰ ਨਾਨ ਇਮੀਗ੍ਰੈਂਟ ਵੀਜ਼ਾ ਸੀਗੇ, ਉਹ ਨਹੀਂ ਜਾ ਸਕੇ। ਇੱਥੋਂ ਤੱਕ ਜਿਹੜੇ ਇਮੀਗ੍ਰੈਂਟ ਵੀਜ਼ਾ ਸੀਗੇ ਉਹ ਵੀ ਟਰੈਵਲ ਨਹੀਂ ਕਰ ਸਕੇ। ਸੋ ਟਰੈਵਲਿੰਗ ਜਿਹੜੀ ਹੋਈ ਉਹ ਸਿਰਫ ਤੇ ਸਿਰਫ ਸਟੂਡੈਂਟਸ ਦੀ ਹੋਈ। ਔਰ ਸਟੂਡੈਂਟਸ ਬੇਸਿਕਲੀ ਸਟੂਡੈਂਟਸ ਇਸ ਟਾਈਮ ਇੱਕ ਐਸੈਟ ਦੀ ਤਰ੍ਹਾਂ ਮੰਨੇ ਜਾਂਦੇ ਨੇ ਸਾਰੇ ਗਵਰਨਮੈਂਟਸ ਦੇ ਲਈ। ਸੋ ਜਿੰਨੀਆਂ ਸਰਕਾਰਾਂ ਨੇ ਉਹ ਜਿੱਦਾਂ ਕਹਿੰਦੇ ਕਿ ਕੈਲਕੂਲੇਟਡ ਜਿਹਨੂੰ ਅਸੀਂ ਜੋਖਮ ਲੈਣ ਦੀ ਤਿਆਰੀ ਵਿੱਚ ਨੇ। ਸੋ ਕੈਲਕੂਲੇਟਡ ਜੋਖਮ ਇਸ ਤਰੀਕੇ ਨਾਲ ਕਿ ਹੁਣ US ਦੇ ਵਿੱਚ ਜਿਹੜਾ ਇੰਟੈਲੈਕਚੁਅਲ ਬ੍ਰੇਨ ਆ ਉਹ ਇੰਪੋਰਟ ਕੀਤਾ ਜਾਂਦਾ ਸਾਰਾ, H1 ਦੇ ਰਾਹੀਂ ਕੀਤਾ ਜਾਂਦਾ। H1 ਦੇ ਉੱਪਰ ਟਰੰਪ ਗਵਰਨਮੈਂਟ ਨੇ ਥੋੜੇ ਬਹੁਤ ਰਿਸਟ੍ਰਿਕਸ਼ਨਸ ਵੀ ਲਾਈਆਂ, ਬਟ F1 ਉਹਦਾ ਦੂਸਰਾ ਸਭ ਤੋਂ ਵੱਡਾ ਸੋਰਸ ਹੈ। ਸੋ F1 ਵੀਜ਼ਾਸ ਜਿਹੜੇ ਸਟੂਡੈਂਟਸ ਆਉਂਦੇ ਨੇ ਪੜ੍ਹਨ ਲਈ, ਉਹੀ ਸਭ ਤੋਂ ਵੱਧ ਕੰਮ ਕਰਕੇ ਮੁੜ ਕੇ ਇੰਡਸਟਰੀ 'ਚ ਐਸਟੈਬਲਿਸ਼ ਹੁੰਦੇ ਆ। ਸੋ F1 ਦੀਆਂ ਜਿਹੜੀਆਂ ਕੈਟਾਗਰੀਜ਼ ਉਹ ਇਸ ਪੂਰੇ ਸਾਲ ਨਹੀਂ ਰੋਕੀਆਂ ਗਈਆਂ। ਔਰ ਅਗਰ ਅਸੀਂ ਅੰਕੜਿਆਂ ਦੀ ਗੱਲ ਕਰੀਏ, US ਨੇ ਰਿਕਾਰਡ ਵੀਜ਼ਾਸ ਦਿੱਤੇ ਨੇ ਸਟੂਡੈਂਟਸ ਨੂੰ। ਔਰ ਅਗਸਤ ਦੇ ਵਿੱਚ ਇੱਕ ਅੰਕੜਾ ਛਪਿਆ ਸੀ, ਬਿਕੋਜ਼ ਜੁਲਾਈ ਦੇ ਵਿੱਚ ਅੰਬੈਸੀ ਓਪਨ ਅਪ ਹੋਈ ਸੀ, ਬਿਕੋਜ਼ ਉਸ ਤੋਂ ਪਹਿਲਾਂ ਅੰਬੈਸੀ ਬੰਦ ਰਹੀ ਤਕਰੀਬਨ। ਓਕੇ। ਸੋ ਅੰਬੈਸੀ ਸਟੂਡੈਂਟਸ ਦੀ ਟਰੈਵਲਿੰਗ ਬੰਦ ਨਹੀਂ ਰਹੀ, ਅੰਬੈਸੀ ਬੰਦ ਰਹੀ। ਸੋ ਅੰਬੈਸੀ ਜਦੋਂ ਓਪਨ ਅਪ ਹੋਈ ਜੁਲਾਈ ਦੇ ਵਿੱਚ, ਉਸ ਤੋਂ ਬਾਅਦ ਅਗਸਤ ਵਿੱਚ ਅੰਕੜੇ ਦਿੱਤੇ ਗਏ ਕਿ ਇਸ ਮਹੀਨੇ ਦੇ ਵਿੱਚ 55,000 ਸਟੂਡੈਂਟਸ ਨੂੰ ਵੀਜ਼ਾ ਦਿੱਤਾ ਗਿਆ, ਜੋ ਕਿ US ਦਾ ਅੱਜ ਤੱਕ ਦਾ ਰਿਕਾਰਡ ਹੈ ਕਿ ਵਿਦਨ ਅ ਸ਼ਾਰਟ ਸਪੈਨ ਆਫ ਟਾਈਮ ਇੰਨੇ ਰਿਕਾਰਡ ਵੀਜ਼ਾਸ। ਸੋ ਤੁਸੀਂ ਅੰਕੜੇ ਤੋਂ ਹਿਸਾਬ ਲਾ ਸਕਦੇ ਹੋ ਕਿ ਫਿਊਚਰ 'ਚ ਜਦੋਂ ਥੋੜਾ ਜਦੋਂ ਸੌਖਿਆਈ ਹੋਏਗੀ, ਥੋੜੀ ਖੁੱਲ੍ਹ ਮਿਲੇਗੀ, ਤੇ ਆਉਣ ਵਾਲਾ ਸਮਾਂ ਕਿਸ ਤਰੀਕੇ ਦਾ ਹੋਏਗਾ। ਰਾਈਟ। ਸੋ ਟਰੈਵਲਿੰਗ ਨੂੰ ਲੈ ਕੇ ਥੋੜਾ ਜਿਹਾ ਇੱਕ ਨਵੇਂ ਓਮੀਕਰੋਨ ਕਰਕੇ ਇੱਕ ਰਿਸਟ੍ਰਿਕਸ਼ਨ ਜ਼ਰੂਰ ਲੱਗੀ ਹੈ, ਜੋ ਕਿ ਕੋਵਿਡ ਦੇ ਸਮੇਂ ਦੇ ਵਿੱਚ ਥੋੜੀ ਰਿਲੈਕਸ ਸੀ। ਔਰ ਇਸ ਸਮੇਂ ਉਹ ਇੱਕ ਐਡੀਸ਼ਨਲ ਜਿਹੜੀ ਰਿਸਟ੍ਰਿਕਸ਼ਨ ਲੱਗੀ ਆ ਉਹ ਇਹ ਆ ਕਿ ਪਹਿਲਾਂ ਕੋਈ ਵੀ ਟਰੈਵਲਰ ਇੱਥੋਂ ਜਾਂਦਾ ਸੀ, ਉਹਨੂੰ 72 ਘੰਟੇ ਪਹਿਲਾਂ ਜਿਹੜਾ ਕੋਵਿਡ ਦਾ ਟੈਸਟ ਕਰਵਾਉਣਾ ਹੁੰਦਾ ਸੀ। ਔਰ US ਨੇ ਹੀ ਕਾਈਂਡ ਆਫ ਪਾਇਨੀਅਰ ਕੀਤਾ ਸੀ। US ਵੱਲ ਵੇਖਦੇ ਬਾਕੀ ਸਾਰੇ ਕੰਟਰੀਜ਼ ਨੇ 72 ਘੰਟੇ ਦੀ ਮਿਆਦ ਰੱਖ ਲਈ। ਓਕੇ। ਔਰ ਉਸ ਤੋਂ ਬਾਅਦ ਦੁਬਈ ਵਰਗੇ ਕੰਟਰੀਜ਼ ਨੇ ਇਹਨੂੰ 48 ਘੰਟੇ ਵੀ ਕੀਤਾ ਪਿਛਲੇ ਅਗਰ ਮੰਥ ਦੀ ਆਪਾਂ ਗੱਲ ਕਰੀਏ। ਸੋ ਉੱਥੇ ਟਰੈਵਲ ਕਰਨ ਵਾਲੇ ਨੂੰ 48 ਘੰਟੇ ਪਹਿਲਾਂ, ਤੁਸੀਂ ਫਲਾਈਟ ਤੋਂ ਪਹਿਲਾਂ, ਬੋਰਡ ਕਰਨ ਤੋਂ ਪਹਿਲਾਂ ਤੁਹਾਨੂੰ 48 ਘੰਟੇ ਪਹਿਲਾਂ ਟੈਸਟ ਕਰਵਾਉਣਾ ਹੁੰਦਾ ਕੋਵਿਡ ਦਾ। ਰਾਈਟ। ਇਮੀਡੀਏਟ ਟੈਸਟ ਆ ਜਿਹੜਾ। ਰਾਈਟ। ਸੋ US ਨੇ ਉਹਦੇ ਵਿੱਚ ਇੱਕ ਫੇਰ ਬਦਲ ਜ਼ਰੂਰ ਕੀਤਾ ਹੈ ਕਿ 6 ਦਸੰਬਰ ਤੋਂ ਜਿੰਨੇ ਵੀ ਲੋਕ, ਕੋਈ ਵੀ ਪੈਸੇਂਜਰ ਅਗਰ US ਨੂੰ ਜਾਣਾ ਚਾਹੁੰਦੇ ਆ, ਉਹਨਾਂ ਦਾ 24 ਘੰਟੇ ਪਹਿਲਾਂ ਟੈਸਟ ਹੋਏਗਾ ਹੁਣ। ਰਾਈਟ। ਸੋ 24 ਘੰਟੇ ਵਾਲਾ ਟੈਸਟ ਥੋੜਾ ਸ਼ੌਕਿੰਗ ਹੈ, ਬਟ ਉਹਦੇ ਲਈ ਹੁਣ ਅੰਬੈਸੀਜ਼ ਕਹਿ ਰਿਹਾ, 에ਅਰਪੋਰਟਸ ਦੇ ਉੱਪਰ ਵਿਵਸਥਾ ਹੈਗੀ ਆ ਕਿ ਤੁਸੀਂ 에ਅਰਪੋਰਟ ਦੇ ਉੱਪਰ ਜਾਂਦੇ ਹੋ ਤਾਂ ਉੱਥੇ ਹੀ ਆਪਣਾ ਟੈਸਟ ਬੁੱਕ ਕਰਕੇ ਔਰ ਉੱਥੇ ਹੀ ਆਪਣਾ ਟੈਸਟ ਦਾ ਰਿਜ਼ਲਟ ਲੈ ਸਕਦੇ ਹੋ। ਬਿਕੋਜ਼ ਉਂਝ ਅਗਰ ਦੇਖੀਏ ਕਿ ਇੱਥੋਂ ਪੰਜਾਬ ਤੋਂ ਆਪਾਂ ਦਿੱਲੀ ਜਾਈਏ ਔਰ 24 ਘੰਟੇ ਤੋਂ ਬਾਅਦ ਤੁਹਾਡੀ ਫਲਾਈਟ ਤੋਂ 24 ਘੰਟੇ ਪਹਿਲਾਂ ਵਰਚੁਅਲੀ ਪੋਸੀਬਲ ਨਹੀਂ ਲੱਗਦਾ। ਸ਼ੋਰ। ਸੋ ਇਸ ਚੀਜ਼ ਨੂੰ ਪੋਸੀਬਲ ਕਰਨ ਲਈ 에ਅਰਪੋਰਟ ਦੇ ਉੱਪਰ ਇੰਤਜ਼ਾਮ ਨੇ। ਔਰ ਤਕਰੀਬਨ ਇੱਕ ਨਵਾਂ ਪ੍ਰੋਟੋਕਾਲ ਆ ਆਲਮੋਸਟ ਸਾਰੇ ਕੰਟਰੀਜ਼ ਵੱਲੋਂ ਜਿਹੜਾ ਅਪਣਾਇਆ ਜਾ ਰਿਹਾ ਕਿ ਆਲਮੋਸਟ ਜਿੰਨੇ ਵੀ ਕੰਟਰੀਜ਼ ਨੇ, ਉਹ ਤੁਸੀਂ ਜਦੋਂ ਟਰੈਵਲ ਕਰਨਾ, ਅੱਗੇ 3 ਘੰਟੇ ਦਾ ਤੁਹਾਡੇ ਕੋਲ ਟਾਈਮ ਹੁੰਦਾ ਸੀ ਕਿ ਤੁਸੀਂ 3 ਘੰਟੇ ਪਹਿਲਾਂ ਪਹੁੰਚੋ ਆਪਣੀ ਇਮੀਗ੍ਰੇਸ਼ਨ ਚੈੱਕ ਲਈ, ਆਪਣੀ ਬੈਗੇਜ ਚੈੱਕ ਲਈ, ਆਪਣੇ ਬੋਰਡਿੰਗ ਪਾਸ ਲਈ। ਹੁਣ ਤੁਹਾਡਾ ਉਹ ਜਿਹੜਾ ਸਮਾਂ 6 ਘੰਟੇ ਦਾ ਆ। ਸੋ ਹੁਣ ਮੋਸਟ ਆਫ ਦਾ ਜਿਹੜੀ ਟਰੈਵਲ ਐਡਵਾਈਜ਼ਰੀ ਆ ਸਾਰੀਆਂ 에ਅਰਲਾਈਨਸ ਨੇ ਦਿੱਤੀ ਹੋਈ ਹੈ ਕਿ ਤੁਸੀਂ ਜਦੋਂ ਵੀ ਫਲਾਈਟ ਕਰਨੀ ਆ, ਸੋ ਤੁਸੀਂ 6 ਘੰਟੇ ਪਹਿਲਾਂ ਪਹੁੰਚੋ, ਤਾਂ ਕਿ ਇਨ ਕੇਸ ਕੋਈ ਐਮਰਜੈਂਸੀ, ਕੋਈ ਟੈਸਟਿੰਗ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਮਸਲਾ ਪੈਂਦਾ ਆ, ਤੇ ਉਹ ਤੁਹਾਡੀ ਫਲਾਈਟ ਦੇ ਵਿੱਚ ਨਿਰਵਿਘਨ ਤਾਂ ਅਸੀਂ ਉਹਨੂੰ ਪ੍ਰੋਸੈਸ ਕਰ ਸਕੀਏ ਔਰ ਉਹਨੂੰ ਮੌਕੇ ਦੇ ਉੱਪਰ ਹੀ ਅਸੀਂ ਨਿਪਟਾ ਲਈ ਅਗਰ ਕੋਈ ਨਾ ਕੋਈ ਸੰਸ਼ਾ ਜਾਂ ਕੋਈ ਨਾ ਕੋਈ ਮਸਲਾ ਪੈਂਦਾ ਹੈ ਤੇ। ਸੋ ਜੋ ਟੈਸਟਿੰਗ ਹੋਏਗੀ ਉਹਦੇ ਰੇਟਸ ਕਾਫੀ ਵਧੇ ਨੇ, ਕਿਉਂਕਿ ਪਹਿਲਾਂ ਕਹਿੰਦੇ ਸੀ ਘੱਟ ਨੇ ਜੋ ਇਹ ਟੈਸਟ ਹੋ ਰਹੇ ਨੇ। ਅਸਲ ਦੇ ਵਿੱਚ ਕੁਝ ਚੀਜ਼ਾਂ ਪੋਲੀਟੀਕਲੀ ਕਰੈਕਟ ਕੀਤੀਆਂ ਜਾਂਦੀਆਂ, ਬਿਕੋਜ਼ ਜਿਹੜਾ ਅਸਲ 'ਚ ਸਮਾਂ ਆ ਉਹ ਇੰਡੀਆ 'ਚ ਇੱਕ ਵਾਰੀ ਤਾਂ ਇਹ ਕਹਿ ਦਿੱਤਾ ਗਿਆ ਸੀ ਕਿ 400 ਤੋਂ ਵੱਧ ਤੁਹਾਡਾ ਕੋਈ ਵੀ ਟੈਸਟ ਦਾ ਰੇਟ ਨਹੀਂ ਹੋ ਸਕਦਾ। ਬਟ ਤੁਸੀਂ 에ਅਰਪੋਰਟ 'ਤੇ ਜਾਂਦੇ ਹੋ, ਕਿਤੇ 4400 ਵੀ ਲਿਖਿਆ ਹੁੰਦਾ, ਕਿਤੇ ਇਸ ਤੋਂ ਵੱਧ ਵੀ ਲਿਖਿਆ ਹੁੰਦਾ।
ਸੋ ਕੁਝ ਚੀਜ਼ਾਂ ਦੀ ਐਗਜ਼ੈਂਪਸ਼ਨ ਹੈਗੀ ਆ ਬਿਕੋਜ਼ ਸ਼ਾਇਦ 에ਅਰਪੋਰਟ ਇੰਡੀਆ ਦੇ ਵਿੱਚ ਨਹੀਂ ਕੰਸੀਡਰ ਕੀਤੇ ਜਾਂਦੇ ਜਾਂ ਕੁਝ ਇਦਾਂ ਦਾ ਮਸਲਾ ਹੋਏਗਾ। ਓਕੇ, ਸੋ ਜੋ ਇਹ ਟਰੈਵਲ ਨੂੰ ਲੈ ਕੇ ਸਾਰੀ ਸਿਚੁਏਸ਼ਨ ਬਣੀ ਹੋਈ ਹੈ ਔਰ ਸਟੂਡੈਂਟ ਵੀਜ਼ਾ ਨੂੰ ਲੈ ਕੇ ਬਣੀ ਹੋਈ ਹੈ ਔਰ ਜੋ ਟੂਰਿਜ਼ਮ ਇੰਡਸਟਰੀ ਹੈ, ਜੇ ਆਪਾਂ ਉਹਦੀ ਗੱਲ ਕਰੀਏ ਤਾਂ ਇਸ ਵਕਤ ਉਹਦਾ ਕੀ ਹਾਲ ਹੈ? ਨੋ ਡਾਊਟ ਜਿਸ ਤਰੀਕੇ ਨਾਲ 2021 ਸਟੂਡੈਂਟਸ ਦਾ ਈਅਰ ਹੋ ਕੇ ਨਿਬੜਿਆ ਹੈ, ਚਾਹੇ ਅਸੀਂ ਕੈਨੇਡਾ ਦੀ ਗੱਲ ਕਰੀਏ ਸਭ ਤੋਂ ਵੱਧ ਸਟੂਡੈਂਟਸ ਕੈਨੇਡਾ ਨੂੰ ਗਏ ਆ। ਯੂਕੇ ਦੇ ਵਿੱਚ 4,28,428 ਵੀਜ਼ਾਸ ਦਿੱਤੇ ਗਏ ਨੇ ਅਗਰ ਅਸੀਂ ਅਕਤੂਬਰ 26 ਤੱਕ ਦੀ ਗੱਲ ਕਰੀਏ, ਫਾਈਨੈਂਸ਼ੀਅਲ ਈਅਰ ਸੈਪਟੰਬਰ ਤੱਕ ਦੇ ਲਈ। ਓਕੇ, ਸੋ ਮਤਲਬ 4.25 ਲੱਖ ਤੋਂ ਵੱਧ ਯੂਕੇ ਨੇ ਸਟੂਡੈਂਟ ਵੀਜ਼ਾ ਦਿੱਤੇ, ਇਹ ਵੀ ਆਪਣੇ ਆਪ 'ਚ ਨਵਾਂ ਰਿਕਾਰਡ ਹੈ। ਦੇਖੋ ਜਿੰਨੀਆਂ ਗਵਰਨਮੈਂਟਸ ਨੇ ਸਾਰੇ ਬਣੀਆਂ ਨੇ, ਹਰ ਇੱਕ ਨੂੰ ਬਿਜ਼ਨਸ ਦੀ ਭਾਸ਼ਾ ਸਮਝ ਆਉਂਦੀ ਹੈ, ਹਰ ਇੱਕ ਨੂੰ ਬਿਜ਼ਨਸ ਦੀ ਭਾਸ਼ਾ ਸਮਝ ਆਉਂਦੀ ਹੈ ਬਿਕੋਜ਼ ਪਿਛਲੇ 2 ਸਾਲ 'ਚ ਵਪਾਰ ਨਹੀਂ ਹੋਇਆ, ਸੌਦੇ ਨਹੀਂ ਹੋਏ, ਸੋ ਜੋ ਸਾਨੂੰ ਇਨਕਮ ਹੋਣੀਆਂ ਸੀ ਉਹ ਨਹੀਂ ਹੋਣੀਆਂ। ਇਮੀਗ੍ਰੇਸ਼ਨ ਡਿਪਾਰਟਮੈਂਟ ਸਾਰੇ ਮੁਲਕਾਂ ਦੇ ਬਹੁਤ ਬਹੁਤ ਵੱਡੇ ਨੇ, ਬਹੁਤ ਹਿਊਜ ਨੇ, ਸੋ ਉਹਨਾਂ ਦਾ ਭਾਰ ਚੱਕਣਾ ਇਹ ਰੈਗੂਲਰਲੀ ਪੋਸੀਬਲ ਨਹੀਂ ਹੈ, ਆਊਟ ਆਫ ਪਾਕਟ ਕਮ ਸੇ ਕਮ ਪੋਸੀਬਲ ਨਹੀਂ ਹੈ। ਸੋ ਜਿਹਦੇ ਲਈ ਜਿਹਨੂੰ ਬੈਨੀਫਿਟ ਕਰਨ ਲਈ ਇਹ ਕੀਤਾ ਜਾਂਦਾ, ਕਮ ਸੇ ਕਮ ਰੈਵਨਿਊ ਵੀ ਉੱਥੋਂ ਹੀ ਆਉਣਾ ਹੈ। ਸੋ ਕਮ ਸੇ ਕਮ ਤੁਸੀਂ ਦੂਜੇ ਤਰੀਕੇ ਨਾਲ ਸੋਚ ਲਓ ਵੀ ਜਿੰਨੇ ਲੰਗਰ ਛਕਣਾ ਆ, ਸੋ ਗੋਲਕ ਵਿੱਚ ਮਾਇਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹੀ ਪਹੁੰਚਾ ਰਿਹਾ ਹੈ। ਸੋ ਐਗਜ਼ੈਕਟਲੀ ਉਹੀ ਹਿਸਾਬ ਆ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ ਭਾਰ ਕਿੰਨੇ ਚੱਕਣਾ ਹੈ, ਆਬਵੀਅਸਲੀ ਸਟੂਡੈਂਟਸ ਚੱਕਣਗੇ ਜਾਂ ਇਮੀਗ੍ਰੈਂਟਸ ਚੱਕਣਗੇ। ਸੋ ਇਸ ਕਰਕੇ ਇਸੇ ਚੀਜ਼ਾਂ ਅਸੀਂ ਕੈਲਕੂਲੇਟਡ ਜੋਖਮ ਕਹਿੰਦੇ ਆ, ਕੈਲਕੂਲੇਟਡ ਰਿਸਕ, ਕਿ ਬਹੁਤ ਜ਼ਿਆਦਾ ਫਰਕ ਨਹੀਂ ਪੈਂਦੇ। ਚੈਕਿੰਗ ਵਧਾ ਦਿਓ, ਪ੍ਰੋਟੋਕਾਲ ਵਧਾ ਦਿਓ, ਕਿਤੇ ਹਨੇਰੀ ਥੋੜੀ ਆ ਚੱਲੀ, ਕਮ ਸੇ ਕਮ ਬੰਦਾ ਕੋਈ ਲੈ ਕੇ ਹੀ ਆ ਰਿਹਾ, ਕੋਈ ਪੈਸਾ ਹੀ ਲੈ ਕੇ ਆ ਰਿਹਾ, ਸੋ ਕਮਾਈ ਨੂੰ ਨਹੀਂ ਰੋਕਿਆ ਜਾ ਰਿਹਾ। ਸੋ ਇਸੇ ਕਰਕੇ 2021 ਜਿਹੜਾ ਸਾਲ ਰਿਹਾ ਆ ਉਹ ਸਟੂਡੈਂਟਸ ਦਾ ਰਿਹਾ ਆ, ਕਿਉਂਕਿ ਕੋਵਿਡ ਦੀਆਂ ਰੈਸਟ੍ਰਿਕਸ਼ਨਸ ਨੇ ਇਸ ਡਰ ਦੇ ਮਾਹੌਲ 'ਚ, ਭੈ ਦੇ ਮਾਹੌਲ ਵਿੱਚ ਹੌਲੀਡੇਇੰਗ ਨਹੀਂ ਹੁੰਦੀ। ਹੌਲੀਡੇਇੰਗ ਹੋਏਗੀ ਜਦੋਂ ਤੁਹਾਡੇ ਚਿਹਰੇ ਤੇ ਸਮਾਈਲ ਹੋਏਗੀ, ਜਦੋਂ ਤੁਹਾਡੇ ਮਨ ਦੇ ਵਿੱਚ ਫੀਅਰ ਨਹੀਂ ਹੋਏਗਾ। ਸੋ ਡਰ ਦੇ ਮਾਹੌਲ ਦੇ ਵਿੱਚ ਤੁਸੀਂ ਮਸਤੀ ਨਹੀਂ ਕਰ ਸਕਦੇ। ਸੋ ਟੂਰਿਜ਼ਮ ਦਾ ਐਗਜ਼ੈਕਟਲੀ ਰੈਲੇਵੈਂਸ ਹੈਗੀ ਇਸੇ ਡਰ ਦੇ ਮਾਹੌਲ ਤੋਂ। ਔਰ ਤੁਸੀਂ ਜਿਹੜਾ ਮਾਰਕ ਮਾਈ ਵਰਡਸ 2022 ਸਾਲ ਜਿਹੜਾ ਆਉਣ ਵਾਲਾ ਆ ਇਹ ਟੂਰਿਜ਼ਮ ਈਅਰ ਹੋਏਗਾ। ਓਕੇ, ਤੁਸੀਂ ਫਿਰ ਜਿੱਦਾਂ ਅਸੀਂ ਸਟੂਡੈਂਟਸ ਦੇ ਵਿੱਚ ਰਿਕਾਰਡ ਬਣਦੇ ਵੇਖੇ, ਇੱਕ ਤਾਂ ਹੈਗਾ ਕਿ ਐਮਬੈਸੀਆਂ ਖੁੱਲੀਆਂ, ਜਿੰਨਾ ਕੁ ਕਾਰੋਬਾਰ ਹੋਇਆ ਉਨਾ ਕੁ ਕੀਤਾ। ਇੱਕ ਦੇਖੋ ਰਿਸਟ੍ਰਿਕਸ਼ਨ ਸੀਗੀਆਂ, ਕਾਰੋਬਾਰ ਵੀ ਨਹੀਂ ਹੋ ਸਕਦਾ ਸੀ, ਫਿਰ ਵੀ ਰਿਕਾਰਡ ਕਮਾਈਆਂ ਕੀਤੀਆਂ, ਇਹ ਰਿਕਾਰਡ ਜਿਹੜੇ ਵੀਜ਼ਾਸ ਪ੍ਰੋਸੈਸ ਕੀਤੇ। ਸੋ 2022 ਜਨਵਰੀ ਤੋਂ ਬਾਅਦ ਦਾ ਸਮਾਂ ਇਹ ਸਾਰਾ ਟੂਰਿਜ਼ਮ ਲਈ ਓਪਨ ਹੋਏਗਾ। ਇਹ ਸਮਰ ਸਭ ਤੋਂ ਹੈਵੀ ਹੋਏਗੀ, ਇਸ ਸਮਰ ਵਿੱਚ ਸਭ ਤੋਂ ਵੱਧ ਵੀਜ਼ਾਸ ਗ੍ਰਾਂਟ ਹੋਣਗੇ। ਓਕੇ, ਔਰ ਇਹਦੀ ਸ਼ੁਰੂਆਤ ਜਨਵਰੀ ਤੋਂ ਹੋ ਜਾਏਗੀ। ਸੋ ਜਿਹੜੀਆਂ ਬਹੁਤ ਸਾਰੀਆਂ ਈਵਨ ਤੁਸੀਂ ਜਿੱਦਾਂ ਜਨਵਰੀ ਦੇ ਵਿੱਚ ਈਵਨ ਯੂਐਸ ਦੀਆਂ ਜਿਹੜੀਆਂ B1 B2 ਦੀਆਂ ਜਿਹੜੀਆਂ ਅਪਾਇੰਟਮੈਂਟਸ ਆ, ਜਿਹੜੀਆਂ ਟੂਰਿਸਟ ਵੀਜ਼ਾ ਦੀਆਂ ਅਪਾਇੰਟਮੈਂਟਸ ਆ, ਉਹ ਸਾਰੀਆਂ ਖੁੱਲਣ ਜਾ ਰਹੀਆਂ ਨੇ। ਓਕੇ, ਸੋ ਟਰੈਵਲਿੰਗ ਦਸੰਬਰ ਤੋਂ ਓਪਨ ਕਰਤੀ ਇਹਨਾਂ ਨੇ ਕਿ ਕੋਈ ਵੀ ਬੰਦਾ ਹੁਣ ਜਿਹੜਾ ਵੈਕਸੀਨੇਟਡ ਉਹ ਟਰੈਵਲ ਕਰ ਸਕਦਾ ਹੈ। ਸੋ ਪਹਿਲਾਂ ਰੈਸਟ੍ਰਿਕਸ਼ਨ ਸੀਗੀਆਂ ਕਿ ਜਿਹੜੀਆਂ ਬਿਨਾਂ ਜ਼ਰੂਰਤ ਤੋਂ ਟਰੈਵਲ ਅਲਾਉਡ ਨਹੀਂ ਹੈ। ਸੋ ਟਰੈਵਲਿੰਗ ਸੋਰਸ ਹੈ ਪੈਸੇ ਦਾ। ਸੋ ਬਹੁਤ ਸਾਰੇ ਦੁਨੀਆ ਦੇ ਮੁਲਕ ਨੇ, ਜਿੱਦਾਂ ਥਾਈਲੈਂਡ ਦੇਖੋ ਤੁਸੀਂ, ਇੰਡੋਨੇਸ਼ੀਆ, ਹਾਂਗਕਾਂਗ, ਦੁਬਈ ਦੇਖੋ, ਮੌਰੀਸ਼ੀਅਸ ਦੇਖੋ, ਇਹ ਰਾਤੋਂ ਰਾਤ ਜਗਣ ਲੱਗੇ ਇਕੱਲੇ ਟੂਰਿਜ਼ਮ ਦੇ ਪੈਸੇ ਨਾਲ। ਰਾਈਟ। ਸੋ ਜਿਹੜਾ ਸੋਰਸ ਆਫ ਇਨਕਮ, ਉਹ ਟੂਰਿਜ਼ਮ ਬਹੁਤ ਵੱਡਾ ਸੋਰਸ ਆਫ ਇਨਕਮ ਹੈ। ਸੋ ਕਿਸੇ ਵੀ ਦੁਨੀਆ ਦੀ ਇਕਨੋਮੀ ਨੂੰ ਮੋਬਿਲਾਈਜ਼ ਕਰਨ ਦਾ ਮਾਦਾ ਰੱਖਦਾ ਹੈ। ਸੋ ਐਡਾ ਵੱਡਾ ਸੋਰਸ ਆ, ਇਹਨੂੰ ਤਾਲਾ ਲਾ ਕੇ ਨਹੀਂ ਰੱਖਿਆ ਜਾ ਸਕਦਾ, ਇਹਨੂੰ ਬੰਦ ਕੀਤਾ ਨਹੀਂ ਜਾ ਸਕਦਾ। ਬਿਕੋਜ਼ ਅਗਰ ਅਸੀਂ ਟੂਰਿਜ਼ਮ ਇੰਡਸਟਰੀ ਕਹਿੰਦੇ ਆ, ਇਹ ਬਹੁਤ ਹਿਊਜ ਆ। ਬਿਲਕੁਲ ਸਰ। ਅੰਬੈਸੀਜ਼ ਤੋਂ ਸ਼ੁਰੂ ਹੋ ਕੇ ਰਿਜ਼ੋਰਟਸ ਤੱਕ, ਹੋਟਲਸ ਤੱਕ, ਬੀਚਸ ਤੱਕ, ਆਮ ਬੰਦੇ ਦੀ ਅਰਨਿੰਗ ਤੱਕ। ਬਿਕੋਜ਼ ਟੂਰਿਜ਼ਮ ਦਾ ਬੇਸਿਕ ਮਤਲਬ ਕੀ ਹੁੰਦਾ ਕਿ ਤੁਸੀਂ ਜਿਹੜੇ ਮੁਲਕ ਤੋਂ ਆ ਰਹੇ ਹੋ ਉੱਥੋਂ 5 ਰੁਪਈਆਂ ਦੀ ਚੱਕੋ ਤੇ ਇੱਥੇ ਆ ਕੇ ਖਰਚੋ। ਸੋ ਇਟਸ ਕਾਈਂਡ ਆਫ ਮਨੀ ਡਰੇਨ। ਜਿਹੜਾ ਪੈਸਾ ਡਰੇਨ ਹੋ ਰਿਹਾ ਉਹਦੀ ਡਿਸਟ੍ਰੀਬਿਊਸ਼ਨ ਲੋਕਲਸ ਵਿੱਚ ਹੁੰਦੀ ਹੈ। ਬਿਲਕੁਲ ਸਰ। ਸੋ ਉਹ ਇਕਨੋਮੀ ਨੂੰ ਡਾਇਰੈਕਟ ਪੰਪ ਕਰਦੀ ਹੈ। ਸੋ ਇਸ ਕਰਕੇ ਇਹ ਅੰਕੜਿਆਂ ਦਾ ਜਾਦੂ ਵੇਖ ਲਓ ਜਾਂ ਇਸ ਟੂਰਿਜ਼ਮ ਖੇਤਰ ਦੀ ਤਾਕਤ ਵੇਖ ਲਓ। 2022 ਜਿਹੜਾ ਇਸ ਸਾਲ ਜਿਹੜਾ ਆਏਗਾ ਉਹ ਟੂਰਿਜ਼ਮ ਦਾ ਈਅਰ ਹੋਏਗਾ, ਹੌਲੀਡੇਇੰਗ ਦਾ ਈਅਰ ਹੋਏਗਾ ਔਰ ਰਿਕਾਰਡ ਵੀਜ਼ਾਸ ਦਾ ਸਾਲ ਹੋਏਗਾ। ਬਹੁਤ ਖੂਬ। ਅਸੀਂ ਇੱਕ ਚੀਜ਼ ਦੇਖਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਕੋਵਿਡ ਦੇ ਦੌਰਾਨ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਡੈਥਸ ਹੋਈਆਂ ਨੇ ਪੂਰੇ ਵਰਲਡ ਦੇ ਵਿੱਚ, ਲੱਖਾਂ ਦੇ ਵਿੱਚ ਗਈ ਹੈ। ਹੁਣ ਓਮਿਕਰੋਨ ਵੀ ਫੈਲ ਰਿਹਾ ਹੈ ਔਰ ਕਈ ਥਾਵਾਂ ਤੇ ਅਸੀਂ ਇਹ ਨਿਊਜ਼ ਵਿੱਚ ਦੇਖਦੇ ਹਾਂ ਕਿ ਓਮਿਕਰੋਨ ਕਾਫੀ ਹੱਦ ਤੱਕ ਫੈਲ ਰਿਹਾ ਹੈ, ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਦੇ ਵਿੱਚ, ਕਿਉਂਕਿ ਉਹਨਾਂ ਦਾ ਇਮਿਊਨਿਟੀ ਲੈਵਲ ਇੰਨਾ ਜ਼ਿਆਦਾ ਹੁੰਦਾ ਨਹੀਂ। ਸੋ ਇਸ ਚੀਜ਼ ਨੂੰ ਦੇਖਦੇ ਹੋਏ ਜੋ ਟਰੈਵਲ ਕਰਨਾ ਚਾਹੁੰਦੇ ਨੇ, ਟੂਰਿਜ਼ਮ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ ਜਾਂ ਜੋ ਸਟੂਡੈਂਟਸ ਨੇ ਉੱਥੇ ਜਾ ਕੇ ਪੜ੍ਹਨਾ ਚਾਹੁੰਦੇ ਨੇ, ਉਹਨਾਂ ਦੇ ਮਨ ਦੇ ਵਿੱਚ ਕੋਈ ਡਾਊਟ ਹੈ ਅਮਰੀਕਾ ਨੂੰ ਲੈ ਕੇ? ਨਹੀਂ ਸਰ, ਬੇਸਿਕਲੀ ਇਹ ਉਲਟਾ ਆ। ਅਸਲ 'ਚ ਕੀ ਆ ਕਿ ਕੋਵਿਡ ਇੱਕ ਹਥਿਆਰ ਹੋ ਗਿਆ ਗਵਰਨਮੈਂਟ ਦੇ ਸਾਰੀਆਂ ਡੈਮੋਕ੍ਰੇਸੀਜ਼ ਦੇ ਅੰਡਰ। ਸੋ ਪਹਿਲਾਂ ਕੁਝ ਹਥਿਆਰ ਕੱਲੀਆਂ ਡਿਕਟੇਟਰ ਪਾਵਰਸ ਦੇ ਕੋਲ ਸੀਗਾ, ਹੁਣ ਈਵਨ ਡੈਮੋਕ੍ਰੈਟਿਕ ਪਾਵਰਸ ਦੇ ਕੋਲ ਵੀ ਇੱਕ ਹਥਿਆਰ ਆ ਕਿ ਜਦੋਂ ਮਰਜ਼ੀ ਜਿਹਦੀ ਮਰਜ਼ੀ ਬ੍ਰੇਕ ਜਿੱਥੇ ਮਰਜ਼ੀ ਨੱਪ ਦਿਓ।
ਸੋ ਇੱਕ ਕੋਵਿਡ ਉਹ ਵਾਲਾ ਹਥਿਆਰ ਨਿਬੜਿਆ ਆ। ਸੋ WHO ਦੀਆਂ ਰੀਸੈਂਟ, ਅਗਰ ਅਸੀਂ ਲਾਸਟ ਵੀਕ ਦੀ ਰਿਪੋਰਟ ਵੇਖੀਏ, WHO ਨੇ ਕਿਹਾ ਕਿ ਓਮੀਕਰੋਨ ਕੋਵਿਡ ਦਾ ਅੰਤ ਕਰਨ ਵਾਲਾ ਵਾਇਰਸ ਹੈ। ਓਕੇ। ਸੋ ਓਮੀਕਰੋਨ ਦੇ ਨਾਲ ਅਗਰ ਅਸੀਂ ਡਾਟਾਸ ਵੇਖੀਏ, ਅੰਕੜੇ ਵੇਖੀਏ, ਹਾਲੇ ਤੱਕ ਇੱਕ ਵੀ ਡੈਥ ਨਹੀਂ ਹੋਈ। ਸੋ ਓਮੀਕਰੋਨ ਡੈਲਟਾ ਤੋਂ ਬਹੁਤ ਮਾਈਲਡ ਵਾਇਰਸ ਆ। ਸੋ ਡੈਲਟਾ ਬਹੁਤ ਖਤਰਨਾਕ ਵਾਇਰਸ ਸੀਗਾ। ਸੋ ਬੇਸਿਕਲੀ ਹੁੰਦਾ ਕਿ ਵਾਇਰਸ ਜਦੋਂ ਇੱਕ ਬਾਡੀ ਤੋਂ ਦੂਸਰੀ ਬਾਡੀ 'ਚ ਜਾਂਦਾ, ਆਪਣੀਆਂ ਹਜ਼ਾਰਾਂ ਅਰਬਾਂ ਖਰਬਾਂ ਕਾਪੀਜ਼ ਛਾਪਦਾ ਆ। ਸੋ ਮਲਟੀਪਲਾਈ ਹੁੰਦੇ ਨੇ ਵਾਇਰਸ। ਸੋ ਅਗਰ ਇੱਕ ਅੱਧਾ ਵਾਇਰਸ ਦੀ ਕਾਪੀ ਥੋੜੀ ਜਿਹੀ ਡਿਫਰੈਂਟ ਹੋ ਗਈ, ਉਹਨੂੰ ਅਸੀਂ ਮਿਊਟੇਸ਼ਨ ਬੋਲਦੇ ਹਾਂ। ਹਾਂਜੀ। ਔਰ ਜਿੰਨੇ ਅਸੀਂ ਵੇਰੀਐਂਟਸ ਵੇਖੇ ਨੇ, ਚਾਹੇ ਅਸੀਂ ਵੁਹਾਨ ਤੋਂ ਲੈ ਲਈਏ, ਦੈਨ ਇਟਲੀ ਤੋਂ, ਦੈਨ UK ਤੋਂ, ਦੈਨ ਇੰਡੀਆ ਤੋਂ, ਇਹ ਸਾਰੀਆਂ ਮਿਊਟੇਸ਼ਨਸ ਨੇ। ਔਰ ਸਭ ਤੋਂ ਮਾਈਲਡ ਮਿਊਟੇਸ਼ਨ ਜਿਹੜੀ ਆ ਉਹ ਓਮੀਕਰੋਨ ਦੀ ਆ। ਔਰ ਓਮੀਕਰੋਨ ਦੀ ਅਗਰ ਕਿਸੇ ਨੂੰ ਇਫੈਕਟ ਹੋਇਆ ਆ, ਉਹ 1 ਹਫ਼ਤੇ ਦੇ ਵਿੱਚ ਰਿਕਵਰ ਹੋਇਆ ਆ। ਇਸ ਤੋਂ ਪਹਿਲਾਂ ਜਿਹੜਾ ਸਾਡੇ ਕੋਲ ਸਮਾਂ 2 ਹਫ਼ਤੇ ਦਾ ਸੀਗਾ। ਸੋ ਓਮੀਕਰੋਨ ਦੀ ਇੱਕ ਚੀਜ਼ ਨੈਗੇਟਿਵ ਆ ਕਿ ਇਹਦੀ ਸਪਰੈਡ ਹੋਣ ਦੀ ਜਿਹੜੀ ਸਪੀਡ ਹੈ ਉਹ ਬਾਕੀਆਂ ਨਾਲੋਂ ਜ਼ਿਆਦੀ ਹੈ ਜੀ, ਬਟ ਓਨਾ ਹੀ ਮਾਈਲਡ ਆ, ਓਨਾ ਹੀ ਘੱਟ ਘਾਤਕ ਹੈ। ਸੋ ਇਸ ਕਰਕੇ ਜਦੋਂ WHO ਨੇ ਆਪਣੀਆਂ ਬੋਲਡ ਸਟੇਟਮੈਂਟਸ ਵਿੱਚ ਕਿਹਾ, ਸਾਰੇ ਕੰਟਰੀਜ਼ ਨੂੰ ਕਿਹਾ, ਅਮਰੀਕਾ ਦੀ ਧਰਤੀ ਤੋਂ ਕਿਹਾ ਕਿ ਡਰ ਦਾ ਮਾਹੌਲ ਹੋਰ ਨਹੀਂ ਬਣਾਉਣਾ, ਬਹੁਤ ਡਰਾ ਲਿਆ। ਸੋ ਓਮੀਕਰੋਨ ਦੀ ਆੜ ਵਿੱਚ ਨਵੇਂ ਟਰੈਵਲ ਰੂਲਸ ਤੇ ਰਿਸਟ੍ਰਿਕਸ਼ਨਸ ਲਾਗੂ ਨਹੀਂ ਕਰਨਾ, ਇਹਨਾਂ ਤੋਂ ਗਰੇਜ ਕਰੋ। ਸੋ ਇਸ ਤੋਂ ਬਾਅਦ ਅਸੀਂ ਇੱਕ ਜਿਹੜੀ ਲੀਡਿੰਗ ਸਾਡੀ ਜਿਹੜੀ ਹੈਲਥ ਆਰਗੇਨਾਈਜੇਸ਼ਨ ਆ, ਉਸ ਤੋਂ ਕੀ ਉਮੀਦ ਕਰ ਸਕਦੇ ਹਾਂ? ਬਿਲਕੁਲ ਸਹੀ ਗੱਲ। ਔਰ ਅਗਰ ਸਾਡੀ ਲੀਡਿੰਗ ਹੈਲਥ ਕੇਅਰ ਜਿਹੜੀ ਏਜੰਸੀ ਆ, ਉਹਦੇ ਇਹ ਵਰਡਸ ਨੇ, ਸਾਨੂੰ ਲੱਗਦਾ ਕਿ ਸਾਨੂੰ ਇਸ ਤੋਂ ਵੱਧ ਡਰਨ ਦੀ ਲੋੜ ਹੈ। ਕਿਉਂਕਿ ਜਿੰਨਾ ਅਸੀਂ ਜਦੋਂ ਵਾਇਰਸ ਹੈ ਹੀ ਨਹੀਂ ਸੀ ਜੀ, ਜਿੰਨਾ ਅਸੀਂ ਉਦੋਂ ਡਰ ਲਿਆ, ਹੁਣ ਸਾਡਾ ਡਰ ਸਭ ਦਾ ਖਤਮ ਹੋਇਆ ਪਿਆ। ਹੁਣ ਤੁਸੀਂ ਵੀ ਓਨਾ ਨਹੀਂ ਡਰਦੇ। ਅੱਗੇ ਇੰਨੀ ਦੂਰ ਬਹਿ ਕੇ ਕੋਈ ਇੰਟਰਵਿਊ ਨਹੀਂ ਕਰਦਾ ਸੀ। ਸੋ ਹੁਣ ਜਿਹੜਾ ਡਰ ਦਾ ਮਾਹੌਲ ਆ ਉਹ ਇਸ ਕਰਕੇ ਘੱਟ ਹੋਈ ਜਾਂਦਾ ਬਿਕੋਜ਼ ਅਸੀਂ ਜ਼ਰੂਰਤ ਤੋਂ ਜ਼ਿਆਦਾ ਡਰ ਕੇ ਵੇਖ ਲਿਆ। ਸੋ ਜਦੋਂ ਬਹੁਤ ਸਾਰੀਆਂ ਇੰਡੀਆ ਦੇ ਵਿੱਚ ਵੀ ਬਹੁਤ ਸਾਰੀਆਂ ਡੈਥਸ ਹੋ ਰਹੀਆਂ ਸੀ, US ਵਿੱਚ ਵੀ ਬਹੁਤ ਸਾਰੀਆਂ ਡੈਥਸ ਹੋ ਰਹੀਆਂ ਸੀ, ਉਦੋਂ ਸਾਡੇ ਡਿਸਟੈਂਸ ਸਗੋਂ ਘਟ ਗਏ ਸੀ। ਅਸੀਂ ਉਦੋਂ ਖੁੱਲੇ ਤੁਰਨ ਫਿਰਨ ਲੱਗ ਗਏ ਸੀ। ਹੁਣ ਸਾਨੂੰ ਲੱਗਣ ਲੱਗ ਗਿਆ ਕਿ ਜਿਸ ਤਰੀਕੇ ਨਾਲ ਬਾਕੀ ਵਾਇਰਸ ਨੇ, ਸੋ ਲਾਈਫ ਇਹਦੇ ਨਾਲ ਚੱਲਣੀ ਆ, ਇਹਨਾਂ ਤੋਂ ਪਰੇ ਰਹਿ ਕੇ ਨਹੀਂ ਚੱਲਣੀ, ਇਹਨਾਂ ਨੂੰ ਜੱਫੀ ਪਾ ਕੇ ਚੱਲਣੀ ਆ। ਬਿਲਕੁਲ ਸਹੀ। ਸੋ ਇਹ ਪੜਾਅ ਪਾਰ ਕਰਕੇ ਚੱਲਣੀ ਆ। ਸੋ ਡਾਰਵਿਨ ਦਾ ਰੂਲ ਸੀ ਸਰਵਾਈਵਲ ਆਫ ਦਾ ਫਿਟੈਸਟ, ਕਮ ਸੇ ਕਮ ਉਹ ਹੁਣ ਸਾਡੇ ਤੇ ਵੀ ਲਾਗੂ ਹੋਣ ਲੱਗ ਪਿਆ। ਸੋ ਯੈਸ, ਡੈਥਸ ਪਹਿਲਾਂ ਵੀ ਬਹੁਤ ਹੁੰਦੀਆਂ ਸੀਗੀਆਂ, ਪਰ ਪਹਿਲਾਂ ਉਹਨਾਂ ਦੀ ਅਕਾਊਂਟੇਬਿਲਟੀ ਅਲੱਗ-ਅਲੱਗ ਡਿਜ਼ੀਜ਼ਸ ਦੇ ਨਾਲ ਹੁੰਦੀ ਸੀ। ਹੁਣ ਅਸੀਂ ਟੋਟਲ ਡੈਥਸ ਨੂੰ ਇੱਕੋ ਪਾਸੇ ਲਾ ਦਿੰਦੇ ਆ। ਸੋ ਇਹ ਵੀ ਇੱਕ ਕਾਰਨ ਹੋ ਸਕਦਾ। ਬਟ ਅਗਰ ਅਸੀਂ ਇਸ ਟਰੈਵਲਿੰਗ ਨੂੰ, ਟੂਰਿਜ਼ਮ ਨੂੰ, ਹੌਲੀਡੇਇੰਗ ਨੂੰ, ਸੈਰ ਸਪਾਟਾ ਨੂੰ, ਬਿਕੋਜ਼ ਬੰਦੇ ਦੀ ਕੁਦਰਤ ਦੀ ਫਿਤਰਤ ਹੈ ਇਹ। ਸੋ ਸਾਡੀ ਫਿਤਰਤ ਹੈ ਕਿ ਵੀ ਲਵ ਟੂ ਟਰੈਵਲ। ਸੋ ਉਹ ਤੋਂ ਸਾਨੂੰ ਸ਼ਾਇਦ ਨਹੀਂ ਬੰਨ ਕੇ ਰੱਖਿਆ ਜਾ ਸਕਦਾ। ਸੋ ਇਸ ਕਰਕੇ ਮੈਂ ਕਹਿ ਰਿਹਾ ਕਿ ਟੂਰਿਜ਼ਮ ਸਾਲ ਹੋਣ ਵਾਲਾ ਹੈ 2022। ਸੋ ਜਿਸ ਤਰ੍ਹਾਂ ਤੁਸੀਂ ਇੱਕ ਸ਼ਬਦ ਦਾ ਇਸਤੇਮਾਲ ਕੀਤਾ ਹੈ, ਕੈਲਕੂਲੇਟਿਵ ਰਿਸਕ, ਗਵਰਨਮੈਂਟ ਲੈ ਰਹੀ ਹੈ। ਕੈਲਕੂਲੇਟਿਡ ਰਿਸਕ ਜੋ ਗਵਰਨਮੈਂਟਸ ਲੈ ਰਹੀਆਂ ਨੇ, ਕਿਆ ਜੋ ਉਧਰ ਜਾਣਾ ਚਾਹੁੰਦੇ ਨੇ ਉਹ ਵੀ ਕਿਸੇ ਤਰ੍ਹਾਂ ਦਾ ਕੈਲਕੂਲੇਟਿਡ ਰਿਸਕ ਲੈ ਰਹੇ ਨੇ? ਤੁਹਾਡੇ ਨਾਲ ਡਿਸਕਸ ਹੁੰਦੀ ਹੈ ਇਸ ਗੱਲ? ਹਾਂ, ਬਿਲਕੁਲ। ਅਸਲ 'ਚ ਕੀ ਹੈ ਕਿ ਅਗਰ ਅਸੀਂ ਜਗ੍ਹਾ ਤੇ ਰਹਿੰਦੇ ਆ, ਦ ਪਾਰਟ ਆਫ ਵਰਲਡ ਵੇਅਰ ਵੀ ਲਿਵ, ਇੱਥੇ ਜਿਹੜੀ ਟਰੈਵਲਿੰਗ ਆ ਜੀ, ਇੱਥੇ ਜਿਹੜਾ ਟੂਰਿਜ਼ਮ ਆ, ਇੱਥੇ ਜਿਹੜਾ ਕਿਤੇ ਵੀ ਇੱਕ ਮੁਲਕ ਤੋਂ ਦੂਸਰੇ ਮੁਲਕ ਜਾਣਾ, ਉਹਦਾ ਜਿਹੜਾ ਮੇਜਰ ਹਿੱਸਾ ਇੰਪਲੋਏਬਿਲਟੀ ਹੈ। ਸੋ ਸਭ ਤੋਂ ਵੱਡਾ ਹਿੱਸਾ ਇੰਪਲੋਏਬਿਲਟੀ ਹੈ। ਸੋ ਸਾਡੇ ਇੱਥੋਂ ਯੂਥ ਇਸ ਕਰਕੇ ਨਹੀਂ ਭੱਜਦਾ ਕਿ ਅਸੀਂ ਵੀ ਲਵ ਟੂ ਟਰੈਵਲ, ਇਕੱਲਾ ਇਸੇ ਕਰਕੇ ਹੈ ਬਿਕੋਜ਼ ਉਹ ਤਾਂ ਅਸੀਂ ਇੱਥੇ ਇੰਡੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਡਾਈਵਰਸਿਟੀ ਹੈ। ਸੋ ਦਿੱਲੀ ਤੋਂ ਅਸੀਂ ਗਾਂਹ ਨਹੀਂ ਟੱਪਿਆ ਹੁੰਦਾ ਕਦੀ ਵੀ, ਦਿੱਲੀ ਵੀ ਏਅਰਪੋਰਟ ਦੇ ਚੱਕਰ 'ਚ ਹੀ ਜਾਂਦੇ ਹਾਂ। ਸੋ ਅਸੀਂ ਕਦੀ ਵੀ ਤੁਸੀਂ ਅਗਰ ਕੇਰਲਾ ਨੂੰ ਵੇਖੋ, ਜਿੱਥੇ ਬੈਕ ਵਾਟਰਸ ਦੀ ਧਰਤੀ ਹੈ। ਸੋ ਗੋਆ ਦੀਆਂ ਅਲੱਗ-ਅਲੱਗ ਬੀਚਿਸ ਵੇਖੋ। ਸੋ ਬਹੁਤ ਸਾਰੀ ਇੰਡੀਆ ਦੇ ਵਿੱਚ ਡਾਈਵਰਸਿਟੀ ਹੈ। ਕੰਨਿਆ ਕੁਮਾਰੀ ਤੱਕ ਤੁਸੀਂ ਜਾ ਕੇ ਵੇਖੋ, ਇੰਡੀਆ ਇਜ਼ ਬਿਊਟੀਫੁਲ। ਸੋ ਅਗਰ ਇਕੱਲਾ ਟੂਰਿਜ਼ਮ ਦਾ ਲੈਣ ਦੇਣ ਹੋਵੇ ਤਾਂ ਅਸੀਂ ਇਹਦੀ ਗੱਲ ਕਰੀਏ। ਸਾਡੇ ਜਿਹੜੇ ਮਸਲੇ ਨੇ, ਸਾਡੇ ਮਸਲੇ ਇਕਨੋਮਿਕ ਮਸਲੇ ਨੇ। ਸੋ ਸਾਡੇ ਮਸਲੇ ਆ ਕਿ ਸਟੂਡੈਂਟਸ ਦੀ ਫਾਈਨੈਂਸ਼ੀਅਲ ਅਫੋਰਡੇਬਿਲਟੀ, ਸੋ ਸਟੂਡੈਂਟਸ ਦਾ ਫਾਈਨੈਂਸ਼ੀਅਲ ਇੰਡੀਪੈਂਡੈਂਸ। ਸੋ ਫਾਈਨੈਂਸ਼ੀਅਲ ਇੰਡੀਪੈਂਡੈਂਸ ਇੱਕ ਐਸੀ ਟਰਮ ਆ ਜਿਹਦੇ ਲਈ ਸਭ ਨੂੰ ਘਰ ਛੱਡਣਾ ਪੈ ਰਿਹਾ ਹੈ। ਸੋ ਤੁਹਾਡੀ ਜੇਬ ਦੇ ਵਿੱਚ ਤੁਹਾਡਾ ਰੁਪਈਆ ਮਾਨ ਸਨਮਾਨ ਦੇ ਨਾਲ ਪਿਆ ਹੋਣਾ ਔਰ ਉਹ ਤੁਹਾਡਾ ਹੋਣਾ। ਬਿਲਕੁਲ। ਇਹ ਇਕੱਲਾ ਬਾਹਰ ਦੀ ਧਰਤੀ ਜਾ ਕੇ ਸਾਡੇ ਬੱਚਿਆਂ ਨੂੰ ਨਸੀਬ ਹੁੰਦਾ ਆ। ਸੋ ਹੋ ਸਕਦਾ ਕਈਆਂ ਨੂੰ ਆਪਣੀ ਫੈਮਿਲੀਜ਼ ਛੱਡ ਕੇ ਚੰਗਾ ਨਹੀਂ ਲੱਗਦਾ ਹੋਵੇ, ਜਾਂ ਜਾ ਕੇ ਵਾਪਸ ਮੁੜ ਕੇ ਆਪਣੇ ਵਤਨ ਮੁੜ ਕੇ ਆਉਣ ਨੂੰ ਜੀ ਕਰਦਾ ਹੋਵੇ। ਇਸੇ ਕਰਕੇ ਅਸੀਂ ਬੜੇ ਇਮੋਸ਼ਨਲ ਸੌਂਗਸ ਵੀ ਵੇਖੇ ਕਿ ਵਤਨਾਂ ਦੀ ਧਰਤੀ ਦੀ ਦੁਬਾਰਾ ਯਾਦ ਆਈ। ਸੋ ਇਹ ਅਗਰ ਕਿਤੇ ਨਾ ਕਿਤੇ ਕੋਈ ਕਸਕ ਹੈਗੀ ਆ ਤਾਂ ਚੱਲਦੇ ਨੇ। ਔਰ ਸਾਡੇ ਲਈ ਜਿਹੜਾ ਇੱਕ ਟਾਈਮ ਵੀਜ਼ਾਸ ਦਾ ਮਕਸਦ ਇਹ ਆ, ਬਹੁਤ ਸਾਰੇ ਵੀਜ਼ਾਸ ਦਾ, ਕਿ ਅਸੀਂ ਇੱਕ ਵਾਰੀ ਗਏ, ਮੁੜ ਕੇ ਉੱਥੇ ਐਸਟੈਬਲਿਸ਼ ਹੋ ਗਏ, ਕਿਤੇ ਨਾ ਕਿਤੇ ਤਰੀਕੇ ਨਾਲ ਸੈੱਟ ਹੋ ਗਏ। ਸੋ ਸਾਡੇ ਲਈ ਉਹਦੇ ਮਤਲਬ ਅਲੱਗ ਨੇ। ਖੈਰ, ਜਿਸ ਤਰੀਕੇ ਨਾਲ ਇਹ ਦੁਨੀਆ ਚੱਲਦੀ ਹੈ ਉਹ ਤੇ ਲਾਈਕ ਟੂਰਿਜ਼ਮ ਹੌਲੀਡੇਇੰਗ ਦੇ ਨਾਲ ਚੱਲੇਗੀ ਔਰ ਟੂਰਿਸਟ ਵੀਜ਼ਾਸ ਦੇ ਨਾਲ ਚੱਲੇਗੀ, ਸਟੂਡੈਂਟ ਵੀਜ਼ਾਸ ਦੇ ਨਾਲ ਚੱਲੇਗੀ।
ਬਟ ਅਸੀਂ ਸਟਿਲ ਥੈਂਕਫੁਲ ਹਾਂ ਯੂਐਸ ਦਾ, ਕੈਨੇਡਾ ਦਾ, ਯੂਕੇ ਦਾ, ਬਹੁਤ ਸਾਰੇ ਕੰਟਰੀਜ਼ ਦਾ, ਜਿਨ੍ਹਾਂ ਨੇ ਸਾਡੇ ਸਟੂਡੈਂਟਸ, ਸਾਡੀ ਮੈਨ ਪਾਵਰ ਇਹਨੂੰ ਅਪਣਾਇਆ, ਇਹਨਾਂ ਨੂੰ ਉਹ ਮਾਨ ਸਨਮਾਨ ਦਿੱਤਾ, ਓਕੇ, ਇਹਨਾਂ ਨੂੰ ਉਹ ਜਿਹੜਾ ਫਾਈਨੈਂਸ਼ੀਅਲ ਇੰਡੀਪੈਂਡੈਂਸ ਦਿੱਤਾ, ਇਹਨਾਂ ਦੀ ਜੇਬ ਦੇ ਵਿੱਚ ਆਪਣਾ ਰੁਪਈਆ ਹੋਣ ਦਾ ਮਾਨ ਸਨਮਾਨ ਇਹਨਾਂ ਨੂੰ ਹਾਸਲ ਹੋਇਆ, ਔਰ ਅੱਜ ਇਹ ਧੌਣ ਉੱਚੀ ਕਰਕੇ ਕਿਸੇ ਵੀ ਸਾਡੇ ਸਮਾਜਿਕ ਮਸਲੇ ਵਿੱਚ ਸ਼ਰੀਕ ਹੋ ਸਕਦੇ ਨੇ। ਸੋ ਬਹੁਤ ਸ਼ੁਕਰੀਆ ਇਹਨਾਂ ਮੁਲਕਾਂ ਦਾ ਵੀ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਇੱਥੋਂ ਇਹ ਮੁਕਾਮ ਦਿੱਤਾ ਹੈ। ਸੋ ਅੱਛੀਆਂ ਫੀਲਿੰਗਸ ਨੇ ਤੁਹਾਡੀਆਂ, ਮੈਂ ਇਹ ਸੈਂਸ ਕਰ ਪਾ ਰਿਹਾ ਹਾਂ। ਸੋ ਇੱਕ ਚੀਜ਼ ਸਾਡੇ ਦਿਮਾਗ 'ਚ ਆਉਂਦੀ ਹੈ ਇਸ ਸਭ ਨੂੰ ਲੈ ਕੇ ਕਿ ਇਸ ਮਾਹੌਲ ਤੋਂ ਬਾਅਦ ਹੁਣ ਦੁਬਾਰਾ ਤੋਂ ਗੱਡੀ ਬਿਲਕੁਲ ਟਰੈਕ ਤੇ ਆਉਣ ਜਾ ਰਹੀ ਹੈ। ਸੋ ਕਿਸੇ ਤਰ੍ਹਾਂ ਦੀ ਕੋਈ ਇਹਦੇ ਵਿੱਚ ਜਿਸ ਤਰ੍ਹਾਂ ਕੋਈ ਗਲਤ ਸੋਚ ਵਾਲੇ ਲੋਕ ਵੀ ਬੈਠੇ ਹੁੰਦੇ ਨੇ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ, ਜੋ ਬੇਵਕੂਫ ਬਣਾਉਂਦੇ ਨੇ ਲੋਕਾਂ ਨੂੰ ਔਰ ਉਹਨਾਂ ਦਾ ਪੈਸਾ ਖਤਮ ਕਰ ਦਿੰਦੇ ਨੇ ਔਰ ਉਹਨਾਂ ਨੂੰ ਉਹ ਬੈਨੀਫਿਟ ਵੀ ਨਹੀਂ ਹੋ ਪਾਉਂਦਾ, ਉਹ ਕਿਤੇ ਜਾ ਵੀ ਨਹੀਂ ਸਕਦੇ। ਸੋ ਇਸ ਤਰ੍ਹਾਂ ਦੀਆਂ ਕੋਈ ਚਾਲਬਾਜ਼ੀਆਂ, ਕੋਈ ਠੱਗੀਆਂ ਤੁਸੀਂ ਦੇਖਣ ਜਾ ਰਹੇ ਹੋ, ਕੋਈ ਫਰਾਡ ਇਦਾਂ ਦੇ? ਦੇਖੋ ਸਰ, ਬੇਸਿਕਲੀ ਅਗਰ ਅਸੀਂ ਗੱਲ ਕਰੀਏ ਤੇ ਬਲੈਕ ਸ਼ੀਪਸ, ਰਾਈਟ, ਇਹ ਹਰ ਧੰਦੇ 'ਚ ਨੇ, ਰਾਈਟ। ਤੁਸੀਂ ਡਾਕਟਰਸ ਵਿੱਚ ਵੇਖੋਗੇ, ਪੱਤਰਕਾਰਾਂ 'ਚ ਵੇਖੋਗੇ, ਪੋਲੀਟੀਸ਼ੀਅਨਸ ਵਿੱਚ ਵੇਖੋਗੇ, ਬੈਂਕਰਸ ਵਿੱਚ ਵੇਖੋਗੇ, ਯੈਸ ਅਨਫੋਰਚੂਨੇਟਲੀ ਸਾਡੇ ਟ੍ਰੇਡ ਵਿੱਚ ਵੀ ਹੈ। ਸੋ ਇਹ ਤੁਹਾਨੂੰ ਖੁਦ ਨੂੰ ਇਹ ਸੋਚਣਾ ਪੈਣਾ ਕਿ ਬਿਕੋਜ਼ ਅਸੀਂ ਉਹ ਵਾਲਾ ਸਫ਼ਰ ਕੀਤਾ ਆ, ਤੈਅ ਕੀਤਾ ਆ, ਜਦੋਂ ਬੱਚੇ ਇੱਥੋਂ ਸਾਨੂੰ ਅਕਸਰ ਬੋਲਦੇ ਹੁੰਦੇ ਸੀ ਕਿ ਮਾਸਕੋ ਰਾਹੀਂ ਜਾਣਾ ਯੂਰਪ ਪਹਿਲਾਂ ਲੁਕਰੇਟਿਵ ਹੁੰਦਾ ਸੀ। ਸੋ ਇਸੇ ਤਰੀਕੇ ਨਾਲ ਮੈਕਸੀਕੋ ਵਾਲੇ ਪਾਸੇ ਨੂੰ ਯੂਐਸ ਦਾ ਕਈ ਰਾਹ ਫੜਦੇ ਨੇ। ਸੋ ਇੱਕ ਚੀਜ਼ ਤੁਹਾਨੂੰ ਸਮਝਣੀ ਪਏਗੀ ਕਿ ਉਹ ਜਿਹੜੇ ਟ੍ਰੇਡਸ ਨੇ ਜੀ, ਜਿੱਥੇ ਉਹ ਲਾਈਕ ਤੁਸੀਂ ਸੋਚਦੇ ਕਿ 15 ਬੰਦੇ ਚੱਲੇ ਆ, ਜਿਹੜੇ 15 ਚੱਲੇ ਉਹਨਾਂ 'ਚੋਂ 5 ਪਹੁੰਚੇ ਕਿ 10 ਪਹੁੰਚੇ। ਸੋ ਬੇਸਿਕਲੀ ਉਹ ਬੱਚੇ ਨਹੀਂ ਜਾ ਰਹੇ, ਬੰਦੇ ਨਹੀਂ ਜਾ ਰਹੇ, ਉਹ ਨਗ ਜਾ ਰਹੇ ਆ ਕਿ ਇੰਨੀ ਕਨਸਾਈਨਮੈਂਟ ਚੱਲੀ ਸੀ, ਇੰਨੀ ਡਿਲੀਵਰ ਹੋ ਗਈ, ਇਹਦੇ ਪੈਸੇ ਲੈ ਲਓ। ਸੋ ਉਹ ਜਾਨਾਂ ਦਾ ਖੌਅ ਹੈ। ਸੋ ਉੱਥੇ ਆਪੋ ਆਪਣੀਆਂ ਜਾਨਾਂ ਗਵਾਉਂਦੇ ਨੇ। ਬਿਲਕੁਲ ਸਰ। ਸੋ ਲਾਈਕ ਮੇਰੇ ਆਹ ਜਿਹੜਾ ਲਾਈਵ ਸ਼ੋਅ ਮੇਰੇ 'ਚ ਕਿਸੇ ਨੇ ਯੂਐਸ ਤੋਂ ਮੈਨੂੰ ਕਾਲ ਕੀਤੀ ਸੀ ਸ਼ੋਅ 'ਚ ਕਿ ਮੇਰਾ ਚਾਚਾ ਵੀ ਇਸੇ ਲਾਈਕ ਟ੍ਰੇਡ ਤੋਂ ਗਿਆ ਸੀ, ਮੇਰਾ ਭਤੀਜਾ ਵੀ ਆ ਰਿਹਾ। ਤਾਂ ਮੈਂ ਇੱਕ ਸਵਾਲ ਕੀਤਾ ਸੀ ਕਿ ਤੁਹਾਡੇ ਆਪਣੇ ਬੱਚੇ ਨੂੰ ਇਸੇ ਰੂਟ ਤੋਂ ਭੇਜ ਕੇ ਵੇਖੀਏ। ਸੋ ਦਿਲ ਬਾਹਰ ਨੂੰ ਆਉਂਦਾ ਆ। ਸੋ ਜਦੋਂ ਉੱਥੇ ਪਹੁੰਚਦੇ ਨੇ ਉਹਨਾਂ ਦੀਆਂ ਸ਼ਕਲਾਂ ਪਛਾਣਨ ਵਾਲੀਆਂ ਨਹੀਂ ਹੁੰਦੀਆਂ। ਓਕੇ। ਸੋ ਰਸਤੇ ਵਿੱਚ ਜਾਂਦੇ ਨੇ, ਕਿਤੇ ਠੁੱਡ ਵੱਜਦਾ ਹੈ, ਕਿਸੇ ਦੀ ਖੋਪੜੀ ਪੈਰਾਂ 'ਚ ਰੁਲਣ ਦੀ ਹੁੰਦੀ ਆ। ਸੋ ਇਹ ਉਹ ਰੂਟ ਹੈ ਕਿ ਜਿੱਥੇ ਅਗਰ ਕੋਈ ਕੋਪ ਅਪ ਨਹੀਂ ਕਰਦਾ ਰਸਤੇ ਵਿੱਚ, ਉੱਥੇ ਉਹਨੂੰ ਗੋਲੀ ਮਾਰ ਕੇ ਸੁੱਟ ਦਿੰਦੇ ਆ। ਸੋ ਜਿੰਨੇ ਜਾਣ ਵਾਲੇ ਪਹੁੰਚਦੇ ਉਹ ਪਹੁੰਚਾਏ ਜਾਂਦੇ ਆ, ਜਿਹੜੇ ਕੋਈ ਰਸਤੇ 'ਚ ਕੋਈ ਬਿਮਾਰ ਜ਼ਖਮੀ ਹੋ ਗਿਆ ਉਹਨੂੰ ਇਸ ਕਰਕੇ ਉੱਥੇ ਖਤਮ ਵੀ ਕਰ ਦਿੰਦੇ ਆ। ਸੋ ਇਸ ਕਰਕੇ ਇਹਨਾਂ ਤੋਂ ਗੁਰੇਜ਼ ਕਰੋ। ਅੰਬੈਸੀ ਆ, ਅੰਬੈਸੀਜ਼ ਵੀਜ਼ਾ ਗ੍ਰਾਂਟ ਦਿੰਦੀਆਂ ਨੇ, ਅੰਬੈਸੀ ਸਭ ਤੋਂ ਵੱਧ ਵੀਜ਼ਾਸ ਦਿੰਦੀਆਂ ਨੇ। ਸੋ ਜਾਂਚ ਹੋਵੇ ਕਿ ਅਸੀਂ ਅੰਬੈਸੀ ਟੱਕਰ ਮਾਰੀ, 5-7 ਟੱਕਰਾਂ ਮਾਰੀਆਂ, ਅੰਬੈਸੀ ਨੇ ਸਾਨੂੰ ਵੀਜ਼ਾ ਨਹੀਂ ਦਿੱਤਾ, ਅਸੀਂ ਫਿਰ ਕੋਈ ਪੁੱਠਾ ਸਿੱਧਾ ਸੋਚੀਏ। ਸੋ ਸਾਡੀ ਸਾਈਕੋਲੋਜੀ ਇਸ ਤਰੀਕੇ ਨਾਲ ਆ ਕਿ ਅਸੀਂ ਦ ਵੇ ਵੀ ਆਰ ਬ੍ਰੌਟ ਅਪ, ਸਾਨੂੰ ਪੱਕਾ ਜਿਹਾ ਚਾਹੀਦਾ ਹੁੰਦਾ। ਸਾਨੂੰ 5000 'ਚ ਤੇ 50000 ਜਾਂ 50 ਲੱਖ ਦੇ ਵਿੱਚ ਫਰਕ ਨਹੀਂ ਸਮਝ ਲੱਗਦਾ। ਸਾਨੂੰ ਸਿਰਫ ਇੰਨਾ ਹੀ ਲੱਗਦਾ ਕਿ ਅਸੀਂ ਪ੍ਰੋਫੈਸ਼ਨਲ ਦੁਨੀਆ ਤੋਂ ਥੋੜਾ ਦੂਰ ਆ। ਸੋ ਅਗਰ ਅਸੀਂ ਬਾਹਰਲੀ ਦੁਨੀਆ ਦੀ ਗੱਲ ਕਰੀਏ, ਉੱਥੇ ਪ੍ਰੋਫੈਸ਼ਨਲ ਦੁਨੀਆ ਨੇ, ਤੁਹਾਡੇ 1 ਘੰਟੇ ਦੀ ਤੁਹਾਨੂੰ ਪੈਸੇ ਮਿਲਦੇ ਆ। ਸੋ ਤੁਹਾਡਾ 1 ਘੰਟਾ ਵੀ ਇੰਪੋਰਟੈਂਟ ਹੈ। ਸੋ ਸਾਡੇ ਇੱਥੇ ਫ੍ਰੀ ਦੀਆਂ ਸਲਾਹਾਂ ਨੇ। ਸੋ ਅਸੀਂ ਹਲੇ ਪ੍ਰੋਫੈਸ਼ਨਲ ਦੁਨੀਆ ਤੋਂ ਥੋੜਾ ਬਹੁਤ ਦੂਰ ਆ। ਸੋ ਐਜ਼ ਏ ਸੋਸਾਇਟੀ ਵੀ ਨੀਡ ਟੂ ਗ੍ਰੈਜੂਏਟ। ਸਾਨੂੰ ਸਭ ਨੂੰ ਸਿੱਖਣ ਦੀ, ਵਧਣ ਦੀ, ਸਮਝਣ ਦੀ ਲੋੜ ਹੈ। ਔਰ ਜਿਹੜੇ ਲੌਜੀਕਲੀ ਦਰੁਸਤ ਰਸਤੇ ਆ, ਸਿਰਫ ਉਹ ਅਪਣਾਉਣ ਦੀ ਲੋੜ ਹੈ। ਇੱਕ ਗੱਲ ਯਾਦ ਰੱਖੋ, ਇਹ ਅੱਜ ਚੱਲਿਓ 6 ਮਹੀਨਿਆਂ 'ਚ ਪਹੁੰਚ ਕੇ ਵਾਲਾ ਫਾਰਮੂਲਾ ਨਹੀਂ ਆ। ਹੁਣ ਇਹ ਫਾਰਮੂਲਾ ਆ, ਭਾਵੇਂ 6 ਸਾਲ ਲੱਗ ਜਾਣ, ਇੱਥੇ ਬੇਬੇ ਦੇ ਛਾਬੇ 'ਚੋਂ ਪ੍ਰਸ਼ਾਦੇ ਨਹੀਂ ਮੁੱਕਦੇ। ਸੋ ਜਿੱਦਣ ਵੀਜ਼ਾ ਆਜੂ ਉਦਣ ਚੜ ਕੇ ਚੱਲ ਜਾਓ ਯਾਰ। ਇਸ ਕਰਕੇ ਉਹ ਮਾਰ ਧੜ ਉਹ ਦੋਨੋਂ ਪਾਸਿਓਂ ਆ। ਉਹ ਕੋਈ ਇੱਕ ਪਾਸਿਓਂ ਨਹੀਂ ਹੈ। ਕੋਈ ਉਕਸਾ ਰਿਹਾ ਤਾਂ ਕੋਈ ਬਹਿਲਾਇਆ ਜਾ ਰਿਹਾ, ਕੋਈ ਉਹਨੂੰ ਕਿਸੇ ਪਾਸਿਓਂ। ਸੋ ਲਿਕੁਰੇਟਿਵ ਦੁਨੀਆ ਆ। ਸੋ ਇਹਨੂੰ ਸਬਜ਼ ਬਾਗ ਉਸ ਤਰੀਕੇ ਦਾ ਚੱਲਦੇ ਆ। ਸੋ ਇਹਨਾਂ ਤੋਂ ਥੋੜਾ ਅਵੋਇਡ ਕਰੋ। ਜੋ ਲੀਗੈਲਿਟੀ ਹੈ, ਅੰਬੈਸੀ ਵੀਜ਼ਾਸ ਦਿੰਦੀ ਹੈ, ਮੈਂ ਦੱਸਿਆ ਰਿਕਾਰਡ ਵੀਜ਼ਾਸ ਦਿੰਦੀ ਹੈ। ਔਰ ਅੱਜ ਕੱਲ੍ਹ ਸਾਰੇ ਸਕੂਲਸ ਵਿੱਚ ਅੰਗਰੇਜ਼ੀ ਪੜ੍ਹਾਈ ਜਾਂਦੀ ਹੈ ਕਿ ਇੰਗਲਿਸ਼ ਤੋਂ ਬਿਨਾਂ ਕੋਈ ਸਕੂਲ ਨਹੀਂ ਆ। ਬੱਚਿਆਂ ਦੇ ਤੁਸੀਂ ਮੈਥ ਦੇ ਸਬਜੈਕਟ ਨਹੀਂ ਵੇਖਦੇ, ਤੁਸੀਂ ਇੱਕੋ ਗੱਲ ਕਹਿੰਦੇ ਕਿ ਸਾਡਾ ਨਿਆਣਾ ਅੰਗਰੇਜ਼ੀ ਵਧੀਆ ਬੋਲਣ ਲੱਗ ਪਿਆ। ਸੋ ਸਾਡੇ ਸਟੂਡੈਂਟਸ ਬਿਹਤਰ ਨੇ। ਸੋ ਨਹੀਂ ਤਾਂ ਇੱਥੇ ਬਹੁਤ ਸਾਰੀ ਐਜੂਕੇਸ਼ਨ ਪੜ੍ਹਾ ਰਹੇ ਨੇ ਬੱਚਿਆਂ ਨੂੰ, 2-2 ਮਹੀਨੇ 4-4 ਮਹੀਨੇ ਲਾ ਕੇ ਅੰਗਰੇਜ਼ੀ ਬੋਲਣ ਲੱਗਦੇ ਆ, ਆਇਲਟਸ ਦੇ ਬੈਂਡ ਲੈਂਦੇ ਆ, ਫਿਰ ਚੱਲ ਜਾਣ। ਸੋ ਡੈਸਪਰੇਸ਼ਨ ਤੋਂ ਥੋੜਾ ਬਚੋ। ਬਾਕੀ ਯੈਸ, ਇਹ ਲਾਈਕ ਸਾਡੇ ਲਈ ਸਾਰੀ ਦੁਨੀਆ ਓਪਨ ਆ ਔਰ ਇਹਦਾ ਫਾਇਦਾ ਲਈਏ। ਔਰ ਸਭ ਤੋਂ ਵੱਡੀ ਗੱਲ, ਸਾਡੇ ਲੋਕਾਂ ਦਾ ਮਾਨ ਸਨਮਾਨ ਹੈ ਸਭ ਤੋਂ ਵੱਧ, ਇਸ ਚੀਜ਼ ਨੂੰ ਇੰਜੋਏ ਕਰੀਏ। ਸੋ ਜੋ ਵੀ ਕੇਸ ਤੁਹਾਡੇ ਕੋਲ ਆਉਂਦੇ ਨੇ,
ਮਤਲਬ 100 ਚੋਂ 100% ਤਾਂ ਹੋ ਸਕਦਾ ਕਿ ਨਾ ਬਾਹਰ ਜਾ ਪਾਉਂਦੇ ਹੋਣ, ਜੀ। ਕੁਝ ਪਰਸੈਂਟ ਰਹਿ ਵੀ ਜਾਂਦੇ ਨੇ ਇੱਥੇ ਜੀ। ਔਰ ਬਾਰ-ਬਾਰ ਟਰਾਈ ਕਰਨ ਤੋਂ ਬਾਅਦ ਵੀ ਰਹਿ ਜਾਂਦੇ ਨੇ, ਉਹਨਾਂ ਵਾਸਤੇ ਕੀ ਐਡਵਾਈਸ ਹੈ? ਦੇਖੋ ਅਲਟੀਮੇਟਲੀ ਅਸੀਂ ਕੋਈ ਬਾਬੇ ਨਹੀਂ, ਸੋ ਵੀ ਡੂ ਇਟ ਵੈਰੀ ਪ੍ਰੋਫੈਸ਼ਨਲੀ। ਅਗਰ ਤੁਸੀਂ ਇਫ ਯੂ ਕਮ ਟੂ ਮਾਈ ਆਫਿਸ, ਤੁਸੀਂ ਆਫਿਸ ਆ ਕੇ ਵੇਖੋਗੇ ਸਾਡੇ ਕਿਸੇ ਵਾਲ ਤੇ ਕੋਈ ਵੀਜ਼ਾ ਨਹੀਂ ਟੰਗਿਆ ਹੋਇਆ। ਇਹਦਾ ਸਿੱਧਾ ਦਾ ਮਤਲਬ ਇਹ ਹੈ ਕਿ ਅਸੀਂ ਲੁਕਰੇਟਿਵ ਦੁਨੀਆ ਤੋਂ ਥੋੜਾ ਦੂਰ ਰੱਖਦੇ ਬੱਚਿਆਂ ਨੂੰ। ਦੂਸਰੀ ਗੱਲ ਹੈ ਅੰਬੈਸੀ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਹੈ ਕੀ ਹੈ। ਦੋ ਹੀ ਚੀਜ਼ਾਂ ਨੇ, ਜਾਂ ਤੁਸੀਂ ਪੂਰੀ ਨਹੀਂ ਕਰ ਪਾ ਰਹੇ, ਅਗਰ ਪੂਰੀ ਨਹੀਂ ਕਰ ਪਾਏ ਤੁਹਾਡੀ ਮਿਹਨਤ ਦੀ ਲੋੜ ਹੈ, ਯਾ ਰਾਈਟ। ਔਰ ਦੂਸਰੀ ਚੀਜ਼ ਆ ਕਿ ਕਿਸੇ ਪਾਸੇ ਤੁਹਾਡੇ ਕੋਲ ਐਕਸਪ੍ਰੈਸ਼ਨ ਦੇ ਵਿੱਚ ਦਿੱਕਤ ਆ ਰਹੀ ਹੈ, ਬਿਕੋਜ਼ ਯੂਐਸ ਦਾ ਵੀਜ਼ਾ ਸਭ ਤੋਂ ਸੌਖੇ ਵੀਜ਼ਿਆਂ ਚੋਂ ਆ। ਇਹ ਇਕਲੌਤਾ ਵੀਜ਼ਾ ਆ ਜਿਹੜਾ ਤੁਹਾਡੇ ਮਾਰਕਸ ਨਹੀਂ ਵੇਖਦਾ, ਜਿਹੜਾ ਤੁਹਾਡੇ ਨੰਬਰ ਨਹੀਂ ਵੇਖਦਾ, ਆਈਲੈਟਸ ਦਾ ਸਕੋਰ ਨਹੀਂ ਵੇਖਦਾ, ਗੈਪ ਨਹੀਂ ਵੇਖਦਾ। ਲਾਸਟ ਵੀਕ ਸਾਡੇ ਕੋਲ 30 ਸਾਲ ਦੀ ਲੜਕੀ ਦਾ, ਉਹਦੀ ਡਾਟਰ ਹੈ ਨਾਲ ਉਹਦੇ ਕੁਛੜ, ਦੋਨਾਂ ਦਾ ਸਟੂਡੈਂਟ ਵੀਜ਼ਾ ਮਿਲਿਆ ਹੈ। ਔਰ ਉਸ ਤੋਂ ਪਹਿਲਾਂ 2 ਕਿ 4 ਵਾਰੀ ਵੀਜ਼ਾ ਰਿਫਿਊਜ਼ ਹੋਇਆ ਪਿਆ ਸੀ ਉਹਨਾਂ ਦਾ। ਸੋ ਇਹਨੂੰ ਪ੍ਰੋਫੈਸ਼ਨਲੀ ਅਸੀਂ ਜੱਜ ਕਰ ਸਕਦੇ ਹਾਂ ਕਿ ਵੀਜ਼ਾ ਆਫਿਸਰ ਨੇ ਤੁਹਾਡੇ ਕੋਲ ਲੱਭਣਾ ਕੀ ਆ, ਰਾਈਟ, ਔਰ ਤੁਸੀਂ ਉੱਥੇ ਜਾ ਕੇ ਸਿੱਧ ਕੀ ਕਰਨਾ ਹੈ, ਰਾਈਟ। ਬਟ ਮੈਂ ਗਰੰਟੀ ਕਰ ਸਕਦਾ ਹਰ ਸਵਾਲ ਮੇਰਾ ਹੋ ਸਕਦਾ, ਹਰ ਜਵਾਬ ਮੇਰਾ ਹੋ ਸਕਦਾ, ਪਰ ਉੱਥੇ ਜਾ ਕੇ ਬੋਲੇਗਾ ਕੌਣ? ਸਟੂਡੈਂਟ। ਸੋ ਅਲਟੀਮੇਟਲੀ ਤੁਹਾਨੂੰ ਇੱਥੋਂ ਤੱਕ ਦਾ ਸਫ਼ਰ ਖੁਦ ਤੈਅ ਕਰਨਾ ਪਏਗਾ, ਬਿਕੋਜ਼ ਟੀਚਰ ਜਿੰਨਾ ਮਰਜ਼ੀ ਚੰਗਾ ਹੋਵੇ ਉਹਦੇ ਕਲਾਸ ਵਿੱਚ ਫਸਟ ਕਲਾਸ ਪਾਸ ਹੋਣ ਵਾਲੇ ਵੀ ਹੈ ਤੇ ਫੇਲ ਵਾਲੇ ਵੀ ਆ। ਉਹ ਇਹ ਨਹੀਂ ਕਹਿ ਸਕਦਾ ਕਿ ਮੈਂ ਇਕੱਲੇ ਇਹਨਾਂ ਨੂੰ ਜਾਣਦਾ, ਮੈਂ ਇਹਨਾਂ ਨੂੰ ਨਹੀਂ ਜਾਣਦਾ। ਸ਼ੋਰ। ਸੋ ਯੂਐਸ ਤੁਸੀਂ ਵੀਜ਼ਾ ਜਾਂਦੇ ਹੋ, ਵੀਜ਼ਾ ਦੋ ਹੀ ਚੀਜ਼ਾਂ ਨੇ, ਵੀਜ਼ਾ ਜਾਂ ਹੋਏਗਾ ਜਾਂ ਨਹੀਂ ਹੋਏਗਾ। ਸੋ ਵੀਜ਼ਾ ਦੀ ਪਰਸੈਂਟੇਜ ਨਹੀਂ ਹੁੰਦੀ, ਇਟਸ ਈਦਰ 0 ਔਰ 100। ਸੋ ਜਾਂ ਹੋ ਰਿਹਾ ਜਾਂ ਨਹੀਂ ਹੋ ਰਿਹਾ। ਸੋ 90% ਨਹੀਂ ਹੋ ਰਿਹਾ, 80% ਨਹੀਂ ਹੋ ਰਿਹਾ, 50% ਨਹੀਂ ਹੋ ਰਿਹਾ। 50% ਦਾ ਮਤਲਬ ਤੇ ਹੋ ਗਿਆ ਕਿ ਤੁਹਾਨੂੰ 5 ਸਾਲ ਦੀ ਥਾਂ 2.5 ਸਾਲ ਦਾ ਵੀਜ਼ਾ ਦੇ ਦੇਣ। ਸਹੀ ਗੱਲ ਹੈ। ਸੋ ਇੱਥੇ ਜਾਂ ਵੀਜ਼ਾ ਲੱਗੇਗਾ ਜਾਂ ਪਾਸਪੋਰਟ ਖਾਲੀ ਹੈ। ਤੇ ਜਿਹੜਾ ਦਾ ਖਾਲੀ ਰਹਿ ਗਿਆ, ਜੋ ਨਹੀਂ ਜਾ ਸਕੇ, ਉਹਨਾਂ ਨੂੰ ਕੋਈ ਤਾਂ ਐਡਵਾਈਸ ਤੁਸੀਂ ਦਿਓਗੇ ਕਿ ਇੰਡੀਆ 'ਚ ਜਾ ਕੇ ਕੁਝ ਕਰੋ? ਮੇਬੀ ਉਹ ਬਾਬੇ ਦੀ ਆਪਣੀ ਮਰਜ਼ੀ ਹੈ, ਸੋ ਉਹਨਾਂ ਦੀ ਤਕਦੀਰ ਇੱਥੇ ਹੋ ਸਕਦੀ ਹੈ। ਸੋ ਸਾਡੇ ਕੋਲ ਇਦਾਂ ਦੇ ਵੀ ਟਰੈਵਲਰਸ ਨੇ ਕਿ ਜਿਨ੍ਹਾਂ ਨੂੰ ਜਿਹੜੇ ਗਏ ਤੇ ਦੂਏ ਮਹੀਨੇ ਪਰਤ ਕੇ ਆ ਗਏ ਵੀ ਨਹੀਂ ਮੇਰਾ ਉੱਥੇ ਸੂਤਰ ਨਹੀਂ ਆਇਆ, ਕੋਈ ਬਿਮਾਰ ਹੋ ਗਿਆ। ਮਤਲਬ ਮੈਂ ਆਪਣੇ ਕਰੀਅਰ 'ਚ ਬਹੁਤ ਸਾਰੇ ਐਸੇ ਲੋਕ ਵੇਖੇ ਆ, ਰਾਈਟ। ਕਿਸੇ ਨੂੰ ਪਹਿਲਾਂ 에ਅਰਪੋਰਟ ਤੋਂ ਚੜ੍ਹਨ ਲੱਗਿਆ ਆਫਲੋਡ ਕਰਤਾ, ਕਿਸੇ ਨੂੰ ਪਹੁੰਚ ਹੀ ਗਿਆ ਕਰਾ ਕੇ ਕੁਛ ਨਾ ਕੁਛ ਦੇ ਲੈ ਕੇ, ਉੱਥੇ ਜਾ ਕੇ ਫਿਰ ਮਸਲਾ ਪੈ ਗਿਆ, ਮਹੀਨੇ 2 ਮਹੀਨੇ ਬਾਅਦ ਫਿਰ ਵਾਪਸੀ ਕਰਨੀ ਪਈ। ਸੋ ਡੈਸਟਨੀ ਆਪਣੀ ਇੱਕ ਚੀਜ਼ ਹੈ। ਸੋ ਸਾਰਾ ਕੁਝ ਜ਼ਰੂਰੀ ਨਹੀਂ ਕਿ ਜਿਸ ਤਰੀਕੇ ਨਾਲ ਤੁਸੀਂ ਲਿਖਣਾ ਚਾਹੋ ਉਸ ਤਰੀਕੇ ਨਾਲ ਹੀ ਹੈ। ਸੋ ਯੂ ਨੀਡ ਟੂ ਬੀ ਲੱਕੀ ਕਿ ਤੁਸੀਂ ਜੋ ਸੋਚਦੇ ਹੋ ਉਸ ਤਰੀਕੇ ਨਾਲ ਸਭ ਕੁਝ ਹੋ ਜਾਵੇ। ਬਟ ਬਾਬੇ ਦੇ ਆਪਣੇ ਪਲਾਨ ਨੇ ਟੂ ਲੀਡ ਯੂ ਟੂ ਪਰਫੈਕਸ਼ਨ। ਸੋ ਕੁਝ ਚੀਜ਼ਾਂ ਉਹਦੇ ਹੱਥ ਹੀ ਨੇ। ਜਿਸ ਤਰ੍ਹਾਂ ਉਹ ਇਕਨੋਮਿਕਸ ਦੇ ਵਿੱਚ ਐਡਮ ਸਮਿਥ ਕਹਿੰਦੇ ਨੇ ਨਾ ਕਿ ਇੱਕ ਇਨਵਿਜ਼ੀਬਲ ਹੈਂਡ ਹੁੰਦਾ ਹੈ, ਅਦ੍ਰਿਸ਼ ਹੱਥ ਹੁੰਦਾ ਹੈ ਜੋ ਤੁਹਾਡੀ ਮਦਦ ਕਰਦਾ ਹੈ, ਉਹ ਕੁਝ ਵੀ ਕੁਝ ਕਰ ਸਕਦਾ ਹੈ। ਬਿਲਕੁਲ, ਇਹ ਪੂਰੀ ਦੁਨੀਆ ਦੇ ਵਿੱਚ ਆ। ਇਕੱਲੇ ਅਸੀਂ ਆਪਣੇ ਨਾਲ ਸੋਚ ਕੇ ਵੇਖੀਏ, ਇਕੱਲੇ ਸਾਡੇ ਨਾਲ ਨਹੀਂ, ਇਕਨੋਮੀਜ਼ ਦੇ ਨਾਲ, ਮੁਲਕਾਂ ਦੇ ਨਾਲ। ਸੋ ਕਈ ਮੁਲਕਾਂ ਨੇ ਨਹੀਂ ਸੋਚਿਆ ਹੁੰਦਾ, ਕਈ ਕੰਪਨੀਆਂ ਨੇ ਨਹੀਂ ਸੋਚਿਆ ਹੁੰਦਾ ਅਸੀਂ ਇੱਥੋਂ ਤੱਕ ਪਹੁੰਚਾਂਗੇ, ਔਰ ਉੱਥੋਂ ਤੱਕ ਪਹੁੰਚ ਜਾਂਦੇ ਨੇ। ਔਰ ਕਈਆਂ ਨੇ ਸੋਚਿਆ ਹੁੰਦਾ ਅਸੀਂ ਸ਼ੁਰੂ ਇੱਥੋਂ ਕੀਤਾ, ਅਸੀਂ ਕਿੱਥੇ ਡਿੱਗਣ ਲੱਗੇ ਆ, ਟਾਈਟੈਨਿਕ ਵਰਗੇ ਪਹਿਲੀ ਯਾਤਰਾ 'ਚ ਡੁੱਬ ਜਾਂਦੇ ਆ। ਸੋ ਕੁਝ ਚੀਜ਼ਾਂ ਹੈਗੀਆਂ ਜਿੱਥੇ ਤੁਸੀਂ ਬਾਬੇ ਨਹੀਂ ਹੋ ਸਕਦੇ, ਬਾਬਾ ਕੋਈ ਹੋਰ ਹੈ। ਬਿਲਕੁਲ, ਮੈਂ ਅੰਡਰਸਟੈਂਡ ਕਰਦਾ ਤੁਹਾਡੀ ਗੱਲ। ਹੁਣ ਕੋਈ ਵਰਡ ਆਫ ਵਿਜ਼ਡਮ ਜੋ ਲਾਸਟ ਤੁਸੀਂ ਆਪਣੇ ਸਟੂਡੈਂਟਸ ਨੂੰ, ਆਪਣੇ ਟਰੈਵਲਰਸ ਨੂੰ ਦੇਣਾ ਚਾਹੋਗੇ ਇੱਕ ਐਜ਼ ਐਡਵਾਈਸ? USA ਰਿਕਾਰਡ ਵੀਜ਼ਾਸ ਦੇਗਾ ਇਸ ਸਾਲ, ਇਹ 'ਚ ਕੋਈ ਦੂਸਰੀ ਰਾਏ ਨਹੀਂ ਆ। ਔਰ ਇਹ ਵੀਜ਼ਾਸ ਦੀ ਅਗਰ ਅਸੀਂ ਗੱਲ ਕਰੀਏ, US ਇਕਲੌਤਾ ਕੰਟਰੀ ਹੈ ਜਿਹੜਾ ਗੱਲਾਂ ਬਾਤਾਂ ਕਰਕੇ ਵੀਜ਼ਾ ਲੈ ਸਕਦੇ ਹੋ ਤੁਸੀਂ। ਬਾਕੀ तमाम ਦੁਨੀਆ ਦੇ ਮੁਲਕਾਂ ਤੁਹਾਨੂੰ ਆਪਣੇ ਸਕੋਰ ਕਾਰਡ, ਤੁਹਾਨੂੰ ਆਈਲੈਟਸ, ਤੁਹਾਡੇ ਪੈਰਾਮੀਟਰਸ, ਤੁਹਾਡੇ ਫਾਈਨਾਂਸ, 3600 ਚੀਜ਼ਾਂ ਤੁਹਾਨੂੰ ਪ੍ਰੂਵ ਕਰੋਗੇ ਤੇ ਫਿਰ ਜਾ ਕੇ ਵੀਜ਼ਾ ਆਫਿਸਰ ਦੀ ਸਮਝ ਲੱਗੇਗੀ। ਔਰ US ਵਿੱਚ ਬਹੁਤ ਸਾਰਿਆਂ ਨੂੰ ਲੱਗਦਾ ਕਿ ਸ਼ਾਇਦ ਵੀਜ਼ਾ ਆਫਿਸਰ ਘਰੋਂ ਲੜ ਕੇ ਆਇਆ, ਉਹ ਗੁੱਸੇ ਆ, ਉਹ ਵੀਜ਼ਾ ਤਾਂ ਨਹੀਂ ਦੇ ਰਿਹਾ। ਬਟ ਰਿਮੈਂਬਰ, ਵੀਜ਼ਾ ਆਫਿਸਰ ਇੱਕ ਸੈਲਰੀਡ EMPLOYEE ਆ ਜੋ ਆਪਣੀ ਜੌਬ ਦੇ ਉੱਪਰ ਬੈਠਾ ਆ, ਰਾਈਟ। ਸਾਨੂੰ ਉਹਦਾ ਪ੍ਰੋਟੋਕਾਲ ਨਹੀਂ ਪਤਾ, ਸਾਨੂੰ ਉਹਦੇ ਜੱਜਮੈਂਟ ਦਾ ਤਰੀਕਾ ਨਹੀਂ ਪਤਾ, ਸਾਡਾ ਫੇਲੀਅਰ ਇਹ ਆ। ਸੋ ਜਿੱਦਾਂ ਤੁਹਾਨੂੰ ਇਹ ਸਮਝ ਲੱਗੂਗਾ ਕਿ ਉਹਦੀ ਜੌਬ ਡਿਊਟੀ ਕੀ ਹੈ, ਵੀਜ਼ਾਸ ਦਾ ਕੋਈ ਮਤਲਬ ਹੀ ਹੈ ਨਹੀਂ ਹੈ। ਵੀਜ਼ਾ ਇਜ਼ ਪਰਮਿਸ਼ਨ ਟੂ ਟਰੈਵਲ। ਤੁਸੀਂ ਕੋਈ ਕੰਮਕਾਰ ਸੋਚਿਆ, ਤੁਸੀਂ ਪੜ੍ਹਨ ਦਾ ਸੋਚਿਆ, ਤੁਸੀਂ ਘੁੰਮਣ ਫਿਰਨ ਦਾ ਸੋਚਿਆ, ਉੱਤੇ ਕੋਈ ਸ਼ੱਕ ਕਿਉਂ ਕਰੇ? ਕਿਉਂਕਿ ਜਦ ਤੱਕ ਮੈਂ ਆਪਣੇ ਆਪ ਨੂੰ ਕਨਵਿੰਸ ਨਹੀਂ ਕੀਤਾ, ਮੈਂ ਤੀਸਰੀ ਧਿਰ ਨੂੰ ਕਨਵਿੰਸ ਨਹੀਂ ਕਰ ਸਕਦਾ। ਸ਼ੋਰ। ਸੋ ਇਸ ਕਰਕੇ ਇਹ ਵਿਜ਼ਡਮ ਜਦ ਤੱਕ ਤੁਹਾਡੇ ਤੱਕ ਨਹੀਂ ਆਉਂਦਾ, ਵੀਜ਼ਾਸ ਔਖੇ ਨੇ। ਬਟ ਜਿੱਦਣ ਇਹ ਵਿਜ਼ਡਮ ਹਾਸਲ ਹੋ ਗਿਆ, ਸਭ ਤੋਂ ਸੌਖੇ ਵੀਜ਼ਾਸ US ਦੇ ਨੇ। ਥੈਂਕ ਯੂ ਸੋ ਮਚ, ਤੁਸੀਂ ਇੱਕ ਟਾਈਮ ਕੱਢਿਆ ਹੈ ਔਰ ਗਾਈਡਲਾਈਨਸ ਦਿੱਤੀਆਂ ਨੇ ਸਾਡੇ ਦਰਸ਼ਕਾਂ ਨੂੰ, ਔਰ ਇਸ ਲਾਈਨ ਬਾਰੇ ਜੋ ਤੁਹਾਡਾ ਐਕਸਪੀਰੀਅੰਸ ਹੈ ਉਹ ਤੁਸੀਂ ਸ਼ੇਅਰ ਕੀਤਾ ਹੈ। ਆਲ ਦ ਬੈਸਟ, ਥੈਂਕ ਯੂ ਵੈਰੀ ਮਚ ਫॉर ਦਿਸ ਵੰਡਰਫੁਲ ਟਾਕ। ਸ਼ੁਕਰੀਆ ਸੰਜੀਵ ਜੀ। ਸੋ ਇਸੇ ਤਰ੍ਹਾਂ ਹੀ ਤੁਸੀਂ ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV, ਔਰ ਸਾਡੀ ਖੁਸ਼ਨਸੀਬੀ ਹੈ ਕਿ ਤੁਸੀਂ ਪੰਜਾਬ ਐਬਰੋਡ ਦਾ ਹਿੱਸਾ ਬਣੇ। ਸਤਿ ਸ੍ਰੀ ਅਕਾਲ।